ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਕਥਾ ਨਿਤਾ ਪ੍ਰਤ ਹੋਤ ਹੈ। ਸੁਣੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਸਾਹਿਬ ਜੀ। ਸ੍ਰੀ ਬਾਲਾ ਸੰਦਰ ਵਾਚ ਚੌਪਈ। ਸ੍ਰੀ ਅੰਗਦ ਸੁਨ ਕਥਾ ਮਹਾਨਾ। ਮਾਲੋ ਮੀਤ ਹੁਤੋ ਇਕ ਖਾਨਾ। ਸ੍ਰੀ ਅੰਗਦ ਸੁਨ ਕਥਾ ਮਹਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਗਰੀਬ ਨਿਵਾਜ ਜੁਗੋ ਜੁਗ ਅਟਲ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਹਜੂਰੇ ਅਨਵਰ ਸ਼ਹਿਨਸ਼ਾਹੇ ਦੋ ਜਹਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡੇ ਭਾਗਾਂ ਦਾ ਸਦਕਾ ਸਤਿਗੁਰੂ ਜੀ ਦੀ ਮਹਾਨ ਪਾਵਨ ਪਵਿੱਤਰ ਸੰਗਤ ਪ੍ਰਾਪਤ ਹੋਈ। ਸਤਿਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਜੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਚੱਲ ਰਹੀ ਹੈ। ਇਸ ਪ੍ਰਸੰਗ ਦੇ ਮੰਗਲ ਦੇ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਕਿ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਨੂੰ ਸਿਮਰ। ਹੋਰ ਕੋਈ ਵੀ ਸਤਿਗੁਰੂ ਜੀ ਦੇ ਸਮਾਨ ਨਹੀਂ ਹੈ। ਸਤਿਗੁਰੂ ਜੀ ਦੇ ਬਰਾਬਰ ਹੋਰ ਕੋਈ ਵੀ ਨਹੀਂ ਹੈ। ਜਦੋਂ ਸਤਿਗੁਰੂ ਜੀ ਦੇ ਨਾਮ ਨੂੰ ਸਿਮਰੇਗਾ ਤੇ ਸਤਿਗੁਰੂ ਜੀ ਸੰਸਾਰਕ ਪੱਖ ਤੋਂ ਵੀ ਤੈਨੂੰ ਰਾਜ ਭਾਗ ਭਾਵ ਕੇ ਸੋਹਣਾ ਸੁਚੱਜਾ ਜੀਵਨ ਬਖਸ਼ਣਗੇ। ਧਨ ਪਦਾਰਥ ਦੀ ਵੀ ਕੋਈ ਕਮੀ ਨਹੀਂ ਰਹੇਗੀ। ਤੇ ਗੁਰਸਿੱਖਾ ਜ਼ਾਲਮਾਂ ਦੇ ਜ਼ੁਲਮਾਂ ਨੂੰ ਦੇਖਦਿਆਂ ਹੋਇਆਂ ਤੇਰੇ ਹਿਰਦੇ ਦੇ ਵਿੱਚ ਇਹ ਵੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਕੇ ਸਿੱਖਾਂ ਦੀ ਝੋਲੀ ਦੇ ਵਿੱਚ ਰਾਜ ਭਾਗ ਪਾ ਦੇਣਾ। ਸਤਿਗੁਰੂ ਜੀ ਕਿਰਪਾ ਕਰਕੇ ਤੈਨੂੰ ਪਰਿਵਾਰਕ ਤੌਰ 'ਤੇ ਵੀ ਰਾਜਸੀ ਰਾਜ ਸਾਜ ਵਾਲਾ ਸੋਹਣਾ ਜੀਵਨ ਬਖਸ਼ਣਗੇ। ਅਤੇ ਜਿਸ ਪੰਥ ਦੇ ਨਾਲ ਤੂੰ ਪਿਆਰ ਰੱਖਦਾ ਹੈ ਨਾ, ਉਹਦੀ ਪੰਥ ਦੀ ਝੋਲੀ ਦੇ ਵਿੱਚ ਵੀ ਸਤਿਗੁਰੂ ਜੀ ਰਾਜ ਭਾਗ ਦੀ ਦਾਤ ਪਾ ਦੇਣਗੇ। ਅੰਤ ਨੂੰ ਮੁਕਤੀ ਪ੍ਰਾਪਤ ਹੋਵੇਗੀ। ਤੋ ਸਤਿਗੁਰੂ ਜੀ ਨੇ ਜੋ ਕਿਰਪਾ ਬਖਸ਼ਿਸ਼ ਕੀਤੀ ਦੋਹਰੇ ਦੇ ਵਿੱਚ ਐਸੀ ਦਇਆ ਕੀਤੀ ਹੈ। ਆਓ ਜੀ ਅੱਗੇ ਜਿਵੇਂ ਇਤਿਹਾਸ ਪ੍ਰਾਰੰਭ ਹੋ ਰਿਹਾ ਹੈ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਸ੍ਰੀ ਬਾਲਾ ਸੰਦਰ ਵਾਚ। ਸੰਧੂ ਗੋਤ ਦੇ ਭਾਈ ਬਾਲਾ ਜੀ ਅੱਗੇ ਪਾਵਨ ਪਵਿੱਤਰ ਇਤਿਹਾਸ ਉਚਾਰਨ ਕਰ ਰਹੇ ਨੇ। ਚੌਪਈ। ਸ੍ਰੀ ਅੰਗਦ ਸੁਨ ਕਥਾ ਮਹਾਨਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਜੀਵਨ ਕੌਤਕਾਂ ਦੀ ਕਥਾ ਵਿਚਾਰ ਹੈ ਨਾ ਜਿਹੜੀ, ਉਹ ਸਰਵਣ ਕਰੋ ਜੀ ਅੱਗੇ। ਮਾਲੋ ਮੀਤ ਹੁਤੋ ਇਕ ਖਾਨਾ। ਜਿਹੜਾ ਮਾਲੋ ਸੇਖ ਸਤਿਗੁਰੂ ਜੀ ਦੀ ਚਰਨ ਸਰਨ ਦੇ ਵਿੱਚ ਆ ਕੇ ਨਿਹਾਲ ਹੋਇਆ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਉਹਨੂੰ। ਉਹ ਮਾਲੋ ਸੇਖ ਦਾ ਮਿੱਤਰ ਸੀ, ਇੱਕ ਪਿਆਰਾ ਦੋਸਤ ਸੀ ਖਾਨ। ਉਹਦਾ ਨਾਮ ਅੱਗੇ ਆ ਰਿਹਾ ਹੈ ਜੀ। ਸੋ ਜਬ ਮਿਲਨ ਹੇਤ ਢਿਗ ਆਵਾ। ਸੋ ਉਹ ਜਿਹੜਾ ਖਾਨ ਭਾਈ ਮਾਲੋ ਸੇਖ ਨੂੰ ਮਿਲਣ ਵਾਸਤੇ ਉਹਦੇ ਪਾਸ ਆਇਆ। ਕਰਕੇ ਹਰਖ ਸਲਾਮ ਅਲਾਵਾ। ਬਹੁਤੀ ਜ਼ਿਆਦੀ ਖੁਸ਼ੀ ਦੇ ਸਹਿਤ ਹੋ ਕੇ ਸਲਾਮ ਕੀਤੀ ਹੈ ਦੋਨਾਂ ਨੇ ਇੱਕ ਦੂਜੇ ਨੂੰ। ਬੈਠਿਓ ਨਿਕਟ ਤਰੈ ਅਨੁਰਾਗਾ। ਬਹੁਤ ਜ਼ਿਆਦਾ ਪ੍ਰੇਮ ਹਿਰਦੇ ਦੇ ਵਿੱਚ ਧਾਰ ਕੇ ਤੇ ਮਾਲੋ ਸੇਖ ਆਪਣੇ ਮਿੱਤਰ ਉਬਾਰੇ ਖਾਨ ਦੇ ਪਾਸ ਬੈਠ ਗਿਆ। ਤਬ ਗੁਰ ਕੇ ਗੁਣ ਗਾਵਨ ਲਾਗਾ। ਤਦੋਂ ਮਾਲੋ ਸੇਖ ਆਪਣੇ ਸੁਭਾਅ ਦੇ ਮੁਤਾਬਕ ਸਤਿਗੁਰੂ ਜੀ ਦੇ ਗੁਣ ਗਾਇਨ ਕਰਨ ਲੱਗਾ। ਸੁਨਹੁ ਉਬਾਰੇ ਖਾਨ ਜੋ ਖੁਦਾਏ। ਕਹਿਣ ਲੱਗਾ ਕਿ ਵੀਰਾ ਉਬਾਰੇ ਖਾਨ, ਧਿਆਨ ਦੇ ਸਹਿਤ ਮੇਰੇ ਬਚਨ ਸੁਣ।
ਜੇ ਖੁਦਾ ਨੂੰ ਮਿਲਣਾ ਹੈ ਤੇ ਖੁਦਾ ਦੇ ਦਰਸ਼ਨ ਕਰਨਾ ਚਾਹੁੰਦਾ ਹੈ, ਜੇ ਤੂੰ ਨਾਨਕ ਨਾਮ ਕਹਾਇਓ ਆਏ। ਤੇ ਖੁਦਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਅਵਤਾਰ ਧਾਰ ਕੇ ਨਾਨਕ ਨਾਮ ਰਖਾ ਕੇ ਇਹ ਜਗਤ ਦੇ ਉੱਪਰ ਜੀਵਾਂ ਦਾ ਉਧਾਰ ਕਰ ਰਹੇ ਨੇ। ਜਿਹ ਗੁਣ ਨਾਗ ਰਾਜ ਨਿਤ ਗਾਵਤ, ਜਿਨ੍ਹਾਂ ਦੇ ਗੁਣ ਨਾਗਾਂ ਦਾ ਰਾਜਾ ਸ਼ੇਸ਼ ਨਾਗ ਵੀ ਗਾਉਂਦਾ ਹੈ ਨਿਤਾ ਪ੍ਰਤੀ, ਤਦਪ ਨਹੀਂ ਪਾਰ ਕੋ ਪਾਵਤ। ਤਦੋਂ ਫੇਰ ਵੀ ਉਹ ਪਾਰਾਵਾਰ ਨਹੀਂ ਪਾ ਸਕਦਾ। ਸਤਿਗੁਰੂ ਜੀ ਦੇ ਗੁਣ ਅਨੇਕਾਂ ਵਾਰ ਗਾਉਂਦਾ ਏ। 1000 ਮੂੰਹ ਹੈ ਸ਼ੇਸ਼ਨਾਗ ਦੇ ਤੇ 2000 ਜ਼ੁਬਾਨਾਂ ਨੇ। ਇਸ ਪ੍ਰਕਾਰ ਉਹਨਾਂ ਜ਼ੁਬਾਨਾਂ ਦੇ ਨਾਲ ਨਿਤਾ ਪ੍ਰਤੀ ਨਵੇਂ ਤੋਂ ਨਵੇਂ ਨਵੀਨ ਨਾਮ ਉਚਾਰਨ ਕਰਦਾ ਹੈ ਸ਼ੇਸ਼ਨਾਗ। ਪਰ ਫਿਰ ਵੀ ਐਸੇ ਸਤਿਗੁਰੂ ਜੀ ਦਾ, ਐਸੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਪਾਰਾਵਾਰ ਨਹੀਂ ਪਾ ਸਕਦਾ, ਅੰਤ ਪਾਰਾਵਾਰ ਨਹੀਂ ਹੈ। ਸੋ ਕੈਸੇ ਮੈਂ ਮੁਖ ਤੇ ਭਾਖੋ, ਉਹ ਐਸੇ ਸਤਿਗੁਰੂ ਜੀ ਦੇ ਗੁਣ ਮੈਂ ਕਿਸ ਪ੍ਰਕਾਰ ਆਪਣੇ ਮੁਖ ਤੋਂ ਉਚਾਰਨ ਕਰਾਂ। ਸਦਾ ਨਾਮ ਕੋ ਔਰ ਮਹਿ ਰਾਖੋ, ਸਦਾ ਵਾਸਤੇ ਉਹਨਾਂ ਦੇ ਨਾਮ ਨੂੰ ਮੈਂ ਆਪਣੇ ਹਿਰਦੇ ਦੇ ਵਿੱਚ ਰੱਖਦਾ ਹਾਂ। ਤੁਮ ਅਬ ਜਾਹੋ ਦਰਸ ਕੋ ਕਰੀਏ। ਉਬਾਰੇ ਖਾਨ ਨੂੰ ਭਾਈ ਮਾਲੋ ਸੇਖ ਕਹਿਣ ਲੱਗਾ ਕਿ ਉਬਾਰੇ ਖਾਨ, ਜੇ ਤੂੰ ਪਰਮ ਪਦਵੀ ਕੈਵਲ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਹੈ, ਅੱਲਾਹ ਪਾਕ ਨੂੰ ਮਿਲਣਾ ਚਾਹੁੰਦਾ ਹੈ, ਤੇ ਜਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਲੈਣਾ ਕਰ। ਔਰ ਕੋ ਸਰਬ ਭਰਮ ਪਰ ਹਰੀਏ, ਹਿਰਦੇ ਦਾ ਸਾਰਾ ਹੀ ਭਰਮ ਦੂਰ ਕਰ ਦੇਣਾ ਕਰ। ਆਸ ਸੁਨ ਸ੍ਰੀ ਗੁਰ ਕੇਰ ਪ੍ਰਸ਼ੰਸੂ, ਐਸੀ ਸਤਿਗੁਰੂ ਜੀ ਦੀ ਪ੍ਰਸ਼ੰਸਾ ਸੁਣ ਕੇ, ਗੁਰੂ ਕੀ ਵਡਿਆਈ ਸੁਣ ਕੇ ਮਾਲੋ ਸੇਖ ਦੇ ਪਾਸੋਂ ਉਬਾਰੇ ਖਾਨ ਤੂਰਨ ਚੱਲਿਓ ਖਾਨ ਜਿਸ ਬੰਸੂ, ਜੋ ਜਿਸ ਦੀ ਬੰਸ ਖਾਨ ਹੈ, ਇਹ ਉਬਾਰੇ ਖਾਨ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਪਿਆ। ਆਏ ਸਲਾਮ ਅਲੈਕਮ ਕਰਕੇ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਸਰਨ ਦੇ ਵਿੱਚ ਆ ਕੇ ਸਲਾਮਾ ਅਲੈਕਮ ਕਰਕੇ ਬੈਠ ਗਿਆ ਹੈ ਆਪਣੇ ਮਤ ਦੇ ਅਨੁਸਾਰ। ਬੈਠਿਓ ਨਿਕਟ ਹਰਖ ਔਰ ਭਰ ਕੇ, ਹਿਰਦੇ ਦੇ ਵਿੱਚ ਬਹੁਤ ਜ਼ਿਆਦੀ ਖੁਸ਼ੀ ਧਾਰਨ ਕਰਕੇ ਉਬਾਰੇ ਖਾਨ ਸਤਿਗੁਰੂ ਜੀ ਦੀ ਚਰਨ ਸਰਨ ਦੇ ਵਿੱਚ ਬੈਠ ਗਿਆ। ਕਹਿਓ ਵੱਡੋ ਮਤ ਹਿੰਦੂ ਤੁਰਕਾ, ਕਹਿਣ ਲੱਗਾ ਕਿ ਸਤਿਗੁਰੂ ਜੀਓ, ਇਹ ਦੋਨੇ ਹੀ ਮਤ ਬੜੇ ਵੱਡੇ ਨੇ, ਦੋਨੇ ਹੀ ਧਰਮ ਬੜੇ ਵੱਡੇ ਹਨ, ਹਿੰਦੂ ਤੇ ਧਰਮ। ਤੇ ਜਾਂ ਇਹ ਕਿਰਪਾ ਕਰਕੇ ਦੱਸੋ ਕਿ ਹਿੰਦੂ ਵੱਡੇ ਨੇ ਕਿ ਮੁਸਲਮਾਨ ਵੱਡੇ ਹਨ। ਜਿਵੇਂ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ ਕਿ ਪੁੱਛਣ ਫੋਲ ਕਿਤਾਬ ਨੂੰ, ਹਿੰਦ ਵੱਡਾ ਕਿ ਮੁਸਲਮਾਨ ਹੋਈ, ਹਿੰਦੂ ਵੱਡੇ ਨੇ ਕਿ ਮੁਸਲਮਾਨ ਵੱਡੇ ਨੇ। ਤੋ ਇਹ ਸਤਿਗੁਰੂ ਜੀ ਨੇ, ਭਾਈ ਗੁਰਦਾਸ ਜੀ ਨੇ ਵੀ ਉਹ ਪੌੜੀ ਦੇ ਵਿੱਚ ਬਚਨ ਕੀਤੇ ਕਿ ਜਿਸ ਦੇ ਅਮਲ ਚੰਗੇ ਹੋਣਗੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਪ੍ਰਵਾਨ ਹੋਵੇਗਾ। ਅਮਲ ਚੰਗੇ ਹੋਣੇ ਚਾਹੀਦੇ। ਇੱਥੇ ਵੀ ਸਤਿਗੁਰੂ ਜੀ ਦੱਸ ਰਹੇ ਹਨ। ਉਚਰ ਹੋ ਤਬਾ ਭੇਦ ਨਿਜ ਉਰਕਾ, ਉਬਾਰੇ ਖਾਨ ਕਹਿਣ ਲੱਗਾ ਕਿ ਸਤਿਗੁਰੂ ਜੀਓ, ਨਾਨਕ ਤਪਾ ਜੀਓ, ਆਪਣੇ ਹਿਰਦੇ ਦਾ ਜੋ ਭੇਦ ਹੈ ਨਾ, ਸ੍ਰੇਸ਼ਟ ਬਚਨ ਨੇ, ਉਹ ਉਚਾਰਨ ਕਰਨਾ ਕਰੋ ਜੀ ਕਿਰਪਾ ਕਰਕੇ। ਸ੍ਰੀ ਗੁਰ ਭਨਿਓ ਪਖ ਜੇ ਦੋ, ਸਤਿਗੁਰੂ ਜੀ ਕਹਿਣ ਲੱਗੇ ਕਿ ਉਬਾਰੇ ਖਾਨ, ਧਿਆਨ ਦੇ ਸਹਿਤ ਸਾਡੇ ਬਚਨ ਸੁਣ। ਇਹ ਦੋਨੇ ਹੀ ਪੱਖ ਨੇ ਜਿਹੜੇ 4 ਦਿਵਸ ਕੇ ਜਨ ਹੋ ਸੋ। ਸਤਿਗੁਰੂ ਜੀ ਕਹਿਣ ਲੱਗੇ ਕਿ ਉਬਾਰੇ ਖਾਨ, ਜਿਹੜਾ ਧਰਮੀ ਬੰਦਾ ਹੈ ਨਾ, ਅਸਲ ਧਰਮੀ ਹੈ ਜਿਹੜਾ, ਉਹ ਪੱਖਵਾਦ ਤੋਂ ਰਹਿਤ ਹੋ ਜਾਂਦਾ ਹੈ। ਉਹਦੇ ਅੰਦਰ ਪੱਖਵਾਦ ਨਹੀਂ ਰਹਿੰਦਾ। ਉਹ ਬੰਦਗੀ ਕਰਨ ਵਾਲਿਆਂ ਦਾ ਸਤਿਕਾਰ ਮਾਨ ਆਦਰ ਕਰਦਾ ਹੈ ਤੇ ਹਰੇਕ ਦੇ ਵਿੱਚ ਰੱਬ ਜਾਣਦਾ ਹੈ, ਹਰੇਕ ਦੇ ਵਿੱਚ ਅੱਲਾਹ ਪਾਕ ਨੂੰ ਦੇਖਦਾ ਹੈ। ਜਿਵੇਂ ਬਚਨ ਆਏ ਨੇ ਕਿ ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ। ਫਿਰ ਭਗਤ ਫਰੀਦ ਜੀ ਨੇ ਵੀ ਬਚਨ ਕੀਤੇ ਨੇ ਕਿ ਫਰੀਦਾ ਖਾਲਕ ਖਲਕ ਮਹਿ ਖਲਕ ਵਸਹਿ ਰੱਬ ਮਾਹੇ, ਮੰਦਾ ਕਿਸਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੇ। ਮੰਦਾ ਕਿਹਨੂੰ ਕਹੀਏ? ਹਿੰਦੂ ਮੁਸਲਮਾਨ ਕੋਈ ਵੀ ਮਜ਼ਹਬ ਮੰਦਾ ਨਹੀਂ ਹੈ, ਕੋਈ ਕਿਸੇ ਵੀ ਪ੍ਰਕਾਰ ਜੀਵ ਮੰਦੇ ਨਹੀਂ ਹਨ। ਮੰਦੇ ਜੀਵਾਂ ਦੇ ਕਰਮ ਨੇ, ਜੈਸੇ ਕਰਮ ਕਰਦੇ ਨੇ ਉਸੇ ਤਰ੍ਹਾਂ ਦਾ ਹੀ ਨਾਮ ਪੈ ਜਾਂਦਾ ਹੈ।
ਤੋ ਸਾਰੇ ਹੀ ਜੀਵਾਂ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਪਰਿਪੂਰਨ ਹੋ ਰਿਹਾ ਹੈ। ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ। ਸਾਰੇ ਜੀਵਾਂ ਦੇ ਵਿੱਚ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਪਰਿਪੂਰਨ ਹੋ ਰਿਹਾ ਹੈ। ਇਹ ਸਾਡੀ ਬਿਰਤੀ ਦਾ ਹੀ ਕਸੂਰ ਹੈ। ਕਹਿਣ ਤੋਂ ਭਾਵ ਕਿ ਜੈਸੀ ਬਿਰਤੀ ਹੋਵੇ, ਜਿੰਨੀ ਕੋ ਬੰਦੇ ਨੇ ਕਮਾਈ ਕੀਤੀ ਹੋਵੇ, ਸੇਵਾ ਸਿਮਰਨ ਭਜਨ ਦੀ ਬੰਦਗੀ ਦੀ ਕਮਾਈ ਕੀਤੀ ਹੋਵੇ, ਉਹਨਾਂ ਕੋ ਹੀ ਗਿਆਨ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਦੀ ਬੰਦਗੀ ਜ਼ਿਆਦਾ ਹੋ ਗਈ, ਉਹਨਾਂ ਨੂੰ ਜਰਰੇ ਜਰਰੇ ਦੇ ਵਿੱਚੋਂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਿਖਾਈ ਦਿੰਦਾ। ਇਸੇ ਕਰਕੇ ਤਾਂ ਭਗਤ ਫਰੀਦ ਜੀ ਨੇ ਬਚਨ ਕੀਤੇ ਨੇ ਕਿ ਫਰੀਦਾ ਖਾਲਕ ਖਲਕ ਮਹਿ ਖਲਕ ਵਸਹਿ ਰੱਬ ਮਾਹੇ। ਮੰਦਾ ਕਿਸਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੇ। ਮੰਦਾ ਕਿਹਨੂੰ ਕਹੀਏ, ਉਹ ਪਰਮਾਤਮਾ ਤੋਂ ਬਿਨਾਂ ਹੈ ਹੀ ਕੋਈ ਨਹੀਂ। ਸਾਰੇ ਜੀਵਾਂ ਦੇ ਵਿੱਚ ਪਰਮਾਤਮਾ ਪਰਿਪੂਰਨ ਹੋ ਰਿਹਾ ਹੈ। ਦੇਹ ਮ੍ਰਿਤਕ ਮਾਟੀ ਰਲ ਜਾਹੇ। ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਜਦੋਂ ਇਹ ਦੇਹੀ ਦੇ ਵਿੱਚੋਂ ਜਾਨ ਨਿਕਲ ਜਾਵੇ, ਫਿਰ ਮਿੱਟੀ ਦੇ ਵਿੱਚ ਰਲ ਜਾਂਦੀ ਹੈ। ਇਸ ਕਰਕੇ ਇਹ ਪੰਜ ਭੌਤਿਕ ਦੇਹੀ, ਇਹ ਸਰੀਰ ਸਦਾ ਰਹਿਣ ਵਾਲਾ ਨਹੀਂ ਜਗਤ ਦੇ ਉੱਪਰ। ਜਿਸ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ, ਉਹ ਪ੍ਰਮਾਤਮਾ ਦੇ ਵਿੱਚ ਸਦਾ ਵਾਸਤੇ ਮਿਲਿਆ ਰਹਿੰਦਾ ਹੈ। ਮੂਰਖ ਬਦ ਹੈ ਜਨਮ ਗਵਾਹੇ। ਜਿਹੜੇ ਮੂਰਖ ਜੀਵ ਨੇ ਨਾ, ਉਹ ਵਿਅਰਥ ਝਗੜਿਆਂ ਦੇ ਵਿੱਚ ਹੀ ਆਪਣੇ ਜਨਮ ਨੂੰ ਵਿਅਰਥ ਗਵਾ ਲੈਂਦੇ ਨੇ। ਅਤੇ ਜਿਹੜੇ ਸੁੰਦਰ ਸੋਹਣੇ ਅਮੋਲਕ ਸਵਾਸ ਮਿਲੇ ਨੇ ਨਾ, ਇਹਨਾਂ ਨੂੰ ਭੰਗ ਦੇ ਪਹਾੜੇ ਹੀ ਗਵਾ ਕੇ ਚਲੇ ਜਾਂਦੇ ਨੇ। ਦੋਹਰਾ ਭੂਲੇ ਮਗ ਪਾਵਹਿ ਨਹੀਂ, ਜਾਏ ਨਿਰੇ ਪਦ ਸੋਏ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਹੜੇ ਅਸਲੀ ਮਾਰਗ ਤੋਂ ਭਟਕ ਗਏ ਨੇ ਨਾ, ਉਹਨਾਂ ਨੂੰ ਜੋ ਸ੍ਰੇਸ਼ਟ ਰਸਤਾ ਮਿਲਦਾ ਹੀ ਨਹੀਂ ਹੈ। ਤੇ ਜਿਹੜੇ ਅਸਲੀ ਰਸਤੇ ਤੋਂ ਭਟਕ ਗਏ ਨੇ, ਭੂਲੇ ਮਗ ਪਾਵਹਿ ਨਹੀਂ, ਜਾਏ, ਉਹ ਨਰਕਾਂ ਦੇ ਵਿੱਚ ਜਾਂਦੇ ਹਨ। ਨਰਕਾਂ ਦੇ ਵਿੱਚ ਜਾ ਕੇ ਪੈਣਗੇ। ਜਿਹੜੇ ਅਸਲੀ ਰਸਤੇ ਤੋਂ ਭਟਕ ਗਏ ਹਨ, ਜੇ ਸੰਪੂਰਨ ਤੌਰ ਤੇ ਸ੍ਰੇਸ਼ਟ ਰਸਤਾ ਰਾਹ ਪ੍ਰਾਪਤ ਕਰਨਾ ਹੈ, ਤੇ ਫਿਰ ਪੂਰੇ ਸਤਿਗੁਰੂ ਜੀ ਦੀ ਚਰਨ ਸਰਨ ਦੇ ਵਿੱਚ ਆਈਏ, ਮਨ ਬਾਣੀ ਸਰੀਰ ਕਰਕੇ। ਕਿਉਂਕਿ ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਾਨੂੰ ਭੁੱਲਿਆ ਹੋਇਆਂ ਨੂੰ ਸੋਹਣੇ ਸ੍ਰੇਸ਼ਟ ਗੁਰਮਤ ਦੇ ਮਾਰਗ ਦੇ ਉੱਪਰ ਪਾ ਦਿੱਤਾ। ਐਸੇ ਸਤਿਗੁਰੂ ਜੀ ਦੀ ਪ੍ਰਾਪਤੀ ਵੱਡੇ ਭਾਗਾਂ ਦਾ ਸਦਕਾ ਹੋਈ ਹੈ। ਇਸ ਕਰਕੇ ਗੁਰੂ ਕੇ ਸਿੱਖਾ, ਜਿਹੜੇ ਭੁੱਲੇ ਹੋਏ ਨੇ, ਸ੍ਰੇਸ਼ਟ ਰਸਤੇ ਦੇ ਉੱਪਰ ਨਹੀਂ ਚੱਲਦੇ, ਉਹ ਨਰਕਾਂ ਦੇ ਵਿੱਚ ਜਾ ਡਿੱਗਣਗੇ। ਸੁਖ ਪ੍ਰਾਪਤ ਤਿਨ ਹੋਤ ਹੈ, ਮਾਨਤ ਆਇਸ ਜੋਏ। ਜਿਹੜੇ ਸਤਿਗੁਰੂ ਜੀ ਦੀ ਆਗਿਆ ਮੰਨਦੇ ਨੇ ਨਾ, ਗੁਰੂ ਕੇ ਬਚਨਾਂ ਦੇ ਉੱਪਰ ਸ਼ੰਕਾ ਨਹੀਂ ਕਰਦੇ, ਭਰਮ ਨਹੀਂ ਕਰਦੇ, ਤੇ ਉਹ ਗੁਰੂ ਕੀ ਆਗਿਆ ਮੰਨ ਕੇ ਤੇ ਫਿਰ ਜੋ ਮੁਕਤੀ ਪ੍ਰਾਪਤ ਕਰਦੇ ਹਨ, ਉਹਨਾਂ ਨੂੰ ਲੋਕ ਪਰਲੋਕ ਦੇ ਵਿੱਚ ਸੁੱਖ ਪ੍ਰਾਪਤ ਹੁੰਦਾ ਹੈ। ਕਹਿਣ ਤੋਂ ਭਾਵ ਕਿ ਆਤਮਿਕ ਅਡੋਲਤਾ ਦੀ ਅਵਸਥਾ ਦਾ ਸੁੱਖ, ਸ੍ਰੇਸ਼ਟ ਸੁੱਖ ਉਹਨੂੰ ਪ੍ਰਾਪਤ ਹੁੰਦਾ ਹੈ ਜਿਹੜੇ ਗੁਰੂ ਕੀ ਆਗਿਆ ਨੂੰ ਮੰਨ ਲੈਂਦੇ ਨੇ। ਗੁਰੂ ਕੀ ਆਗਿਆ ਸਤ ਬਚਨ ਕਹਿ ਕੇ ਮੰਨ ਲਈ ਹੈ ਜਿਨ੍ਹਾਂ ਨੇ, ਉਹਨਾਂ ਦੇ ਉੱਪਰ ਸਤਿਗੁਰੂ ਜੀ ਹੋਰ ਕਿਰਪਾ ਕਰਦੇ ਹਨ। ਚੌਪਈ ਪ੍ਰੇਮ ਭਗਤ ਕੀਰਤ ਗੁਣ ਗਾਵਤ। ਜਿਹੜੇ ਪ੍ਰਮਾਤਮਾ ਦੀ ਪੂਰੇ ਸਤਿਗੁਰੂ ਜੀ ਦੀ ਆਗਿਆ ਮੰਨਦੇ ਨੇ ਨਾ, ਉਹ ਪ੍ਰੇਮ ਦੇ ਵਿੱਚ ਭਿੱਜ ਕੇ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ, ਪ੍ਰਮਾਤਮਾ ਦੀ ਕੀਰਤੀ ਜਸ ਉਚਾਰਨ ਕਰਦੇ ਨੇ, ਮਨ ਬਾਣੀ ਸਰੀਰ ਕਰਕੇ। ਸੋ ਜਗ ਮਹਿ ਨਹਿ ਆਵਤ ਜਾਵਤ। ਜਿਹੜੇ ਪ੍ਰੇਮ ਦੇ ਵਿੱਚ ਭਿੱਜ ਕੇ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਅਤੇ ਪ੍ਰਮਾਤਮਾ ਦਾ ਜਸ ਉਚਾਰਨ ਕਰਦੇ ਨੇ, ਮਨ ਬਾਣੀ ਸਰੀਰ ਕਰਕੇ, ਉਹ ਜਗਤ ਦੇ ਵਿੱਚ ਆਉਣ ਜਾਣ ਦੇ ਚੱਕਰ ਤੋਂ ਰਹਿਤ ਹੋ ਜਾਂਦੇ ਨੇ, ਆਉਣ ਜਾਣ ਦੇ ਜੰਮਣ ਮਰਨ ਦੇ ਚੱਕਰ ਤੋਂ ਰਹਿਤ ਹੋ ਜਾਂਦੇ ਨੇ। ਬਚਨ ਆਏ ਨੇ ਗੁਰੂ ਕੀ ਬਾਣੀ ਦੇ ਵਿੱਚ ਕਿ ਜੰਮਣ ਮਰਨ ਨਾ ਤਿੰਨ ਕੋ, ਜੋ ਹਰ ਲੜ ਲਾਗੇ। ਜੋ ਗੁਰੂ ਕੇ ਬਚਨਾਂ ਦੇ ਉੱਪਰ ਭਰੋਸਾ ਕਰਕੇ ਗੁਰਬਾਣੀ ਦੇ ਨਾਲ ਜੁੜ ਗਏ ਨੇ, ਮਨ ਬਾਣੀ ਸਰੀਰ ਕਰਕੇ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ। ਪਰ ਜਿਹੜੇ ਮਨਮੁਖ ਨੇ, ਮਨਮੁਖ ਮਨ ਦੀ ਮਰਜ਼ੀ, ਮਨ ਦੇ ਪਿੱਛੇ ਲੱਗ ਕੇ ਮਨਮੁਖ ਆਵਹਿ ਮਨਮੁਖ ਜਾਵਹਿ, ਮਨਮੁਖ ਫਿਰ ਚੋਟਾਂ ਖਾਵਹਿ।
ਜਿਤਨੇ ਨਰਕ ਸੇ ਮਨਮੁਖ ਭੋਗਹਿ ਗੁਰਮੁਖ ਲੇਪ ਨਾ ਮਾਸਾ ਹੈ। ਬੰਦਾ ਹੋਏ ਬੰਦਗੀ ਕਰੈ। ਹਾਂਜੀ, ਬੰਦਾ ਉਹਨੂੰ ਕਹਿੰਦੇ ਨੇ ਜਿਹੜਾ ਬੰਦਗੀ ਕਰੇ। ਭਗਤ ਕਬੀਰ ਜੀ ਨੇ ਵੀ ਆਪਣੀ ਪਾਵਨ ਬਾਣੀ ਦੇ ਵਿੱਚ ਬਚਨ ਉਚਾਰਨ ਕੀਤੇ ਕਿ ਬੰਦਾ ਹੋਏ ਬੰਦਗੀ ਗਹਿ। ਜਿਹੜੇ ਬੰਦਗੀ ਗ੍ਰਹਿਣ ਕਰਦੇ ਹਨ, ਬੰਦਗੀ ਹਿਰਦੇ ਦੇ ਵਿੱਚ ਧਾਰਨ ਕਰਦੇ ਹਨ, ਉਹਨੂੰ ਹੀ ਬੰਦਾ ਕਿਹਾ ਜਾਂਦਾ ਏ। ਬੰਦਾ ਤੂੰ ਤਾਂ ਆਪਣੇ ਆਪ ਨੂੰ ਕਹਾ ਸਕਦਾ ਹੈ ਜੇ ਬੰਦਗੀ ਕਰੇ। ਭੂਖਨ ਨਾਮ ਕੰਠ ਮਹਿ ਧਰੈ। ਹਾਂਜੀ, ਜਿਹੜੇ ਬੰਦਗੀ ਕਰਨ ਵਾਲੇ ਨੇ ਨਾ, ਉਹ ਨਾਮ ਰੂਪ ਗਹਿਣੇ ਨੂੰ ਹੀ ਕੰਠ ਦੇ ਵਿੱਚ, ਗਲੇ ਦੇ ਵਿੱਚ ਧਾਰਨ ਕਰਦੇ ਨੇ। ਭਗਤ ਕਬੀਰ ਜੀ ਨੇ ਬਚਨ ਕੀਤੇ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ, ਤਾਕੋ ਸੁਖ ਬਿਸਰਾਮ। ਭਗਤ ਜੀ ਕਹਿੰਦੇ ਮੈਨੂੰ ਸੰਸਾਰਕ ਪੱਖ ਤੋਂ ਰੁਦਰਾਖੀ ਦੀ ਤੇ ਜਾਂ ਹੋਰ ਕੀਮਤੀ ਕੰਠੀ ਮਾਲਾ ਨਹੀਂ ਮੈਨੂੰ ਚਾਹੀਦੀ। ਰੁਦਰਾਖੀ ਦੀ ਤੇ ਜਾਂ ਫਿਰ ਤੁਲਸੀ ਦੀ ਮਾਲਾ ਦੀ ਮੈਨੂੰ ਲੋੜ ਨਹੀਂ ਹੈ, ਜਾਂ ਹੋਰ ਹੀਰੇ ਮੋਤੀਆਂ ਦੀ ਮਾਲਾ ਦੀ ਮੈਨੂੰ ਲੋੜ ਨਹੀਂ ਹੈ। ਮੇਰੀ ਸਿਮਰਨੀ, ਮੇਰੀ ਮਾਲਾ ਤਾਂ ਜਿਹੜੇ ਮੇਰੇ ਕੰਠ ਦੇ ਵਿੱਚ, ਗਲੇ ਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਇੱਕ ਰਸ ਚੱਲ ਰਿਹਾ ਹੈ ਨਾ, ਉਹ ਹੀ ਮੇਰੀ ਕੰਠੀ ਹੈ, ਮੇਰੀ ਮਾਲਾ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ, ਤਾਕੋ ਸੁਖ ਬਿਸਰਾਮ। ਇਸ ਪ੍ਰਕਾਰ ਬਚਨ ਕਹੇ ਨੇ ਭਗਤ ਕਬੀਰ ਜੀ ਨੇ। ਤੋ ਇੱਥੇ ਬਚਨ ਆਏ ਨੇ ਕਿ ਭੂਖਨ ਨਾਮ ਕੰਠ ਮਹਿ ਧਾਰੈ। ਨਾਮ ਰੂਪ ਗਹਿਣੇ ਨੂੰ ਹੀ ਆਪਣੇ ਗਲੇ ਦੇ ਵਿੱਚ ਧਾਰਨ ਕਰ ਲੈਣਾ ਕਰੇ। ਜਿਹੜਾ ਸੰਸਾਰਕ ਗਹਿਣਾ ਹੈ ਨਾ, ਤੋ ਉਹਨੂੰ ਦੇਖ ਕੇ ਚੋਰ ਨਿਗਾਹ ਰੱਖਦੇ ਨੇ, ਤੇ ਜਦੋਂ ਸਮਾਂ ਮਿਲੇ ਤੋ ਕਈ ਵਾਰ ਬੰਦੇ ਨੂੰ ਮਾਰ ਕੇ ਵੀ ਗਹਿਣੇ ਖੋਹ ਕੇ ਲੈ ਜਾਂਦੇ ਨੇ। ਬੀਬੀਆਂ ਨੇ ਕੰਨਾਂ ਦੇ ਵਿੱਚ ਲਮਕਾਏ ਹੁੰਦੇ ਤੇ ਕੰਨ ਪਾੜ ਕੇ ਖਿੱਚ ਕੇ ਲੈ ਜਾਂਦੇ ਨੇ। ਇਸ ਕਰਕੇ ਜਿਹੜੇ ਸੰਸਾਰਕ ਜਾਂ ਗੁੱਟ, ਜਿਹਨੇ ਅੱਧਾ ਕਿਲੋ ਦਾ ਕੜਾ ਪਾਇਆ ਉਹਦਾ ਗੁੱਟ ਵੱਢ ਕੇ ਲੈ ਕੇ ਜਾਣਗੇ। ਤੋ ਨਾਲ ਹੀ ਇਸ ਕਰਕੇ ਸੰਸਾਰਕ ਗਹਿਣੇ ਨੇ ਨਾ, ਜਿਹੜੇ ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ, ਜਿਤ ਤਨ ਪਾਈ ਹੈ ਨਾਨਕਾ ਸੇ ਤਨ ਹੋਵੈ ਇਸ਼ਾਰ। ਆਹ ਸਰਬਲੋਹ ਦਾ ਕੜਾ ਦਿੱਤਾ, ਇਹ ਗਹਿਣਾ ਨਾਲ ਨਿਭਣ ਵਾਲਾ ਹੈ। ਸਤਿਗੁਰੂ ਜੀ ਨੇ ਜੋ ਬਚਨ ਕੀਤੇ ਨੇ ਰਹਿਤ ਮਰਿਆਦਾ ਦੇ ਵਿੱਚ ਕਿ ਸੀਲ ਜਤ ਕੀ ਕੱਛ ਪਹਿਰ ਪਕੜੋ ਹਥਿਆਰਾ। ਇਸ ਪ੍ਰਕਾਰ ਇਹ ਗਹਿਣੇ ਦਿੱਤੇ ਨੇ ਗੁਰਮਤਿ ਦੇ ਅਨੁਸਾਰ ਧਾਰਨ ਕਰਨੇ। ਜਿਹੜੀ ਕਿਰਪਾਨ ਧਾਰਨ ਕਰਨੀ ਹੈ, ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ, ਕਰੋੜਾਂ ਪਾਪ ਟਲਦੇ ਨੇ। ਤੇ ਜੇ ਸਾਹਮਣੇ ਕੋਈ ਇੱਜ਼ਤ ਲੁੱਟਣ ਵਾਸਤੇ ਜਾਂ ਨੁਕਸਾਨ ਕਰਨ ਵਾਸਤੇ ਜੋ ਪਾਪੀ ਆਵੇ ਤੇ ਫਿਰ ਉਹਦਾ ਵੀ ਸੋਧਾ ਲਾਇਆ ਜਾਂਦਾ। ਇਸੇ ਕਿਰਪਾਨ ਦੇ ਨਾਲ ਕੜਾ ਵੀ ਹਥਿਆਰ ਬਣ ਜਾਂਦਾ ਹੈ। ਗੁੱਟ ਦੇ ਉੱਤੇ ਚੜਾ ਕੇ ਤੇ ਨਾਸਾਂ ਦੇ ਉੱਤੇ ਮਾਰੇ ਤੇ ਫਿਰ ਕੋਈ ਨੇੜੇ ਨਹੀਂ ਆਉਂਦਾ, ਮਾੜੀ ਨਿਗਾਹ ਵਾਲਾ ਦੁਸ਼ਮਣ। ਇਸ ਕਰਕੇ ਸਤਿਗੁਰੂ ਜੀ ਨੇ ਜਿਹੜੇ ਗਹਿਣੇ ਦਿੱਤੇ ਨੇ, ਸਤਿਗੁਰੂ ਜੀ ਨੇ ਜਿਹੜੀਆਂ ਸਾਨੂੰ ਦਾਤਾਂ ਦਿੱਤੀਆਂ, ਇਹ ਲੋਕ ਪ੍ਰਲੋਕ ਦੇ ਵਿੱਚ ਇੱਥੇ ਵੀ ਤੇ ਉੱਥੇ ਵੀ ਰੱਖਿਆ ਕਰਨ ਵਾਲੀਆਂ ਨੇ। ਇਹ ਗੁਰਮਤਿ ਦੇ ਗਹਿਣੇ ਨੇ, ਇਹਨਾਂ ਨੂੰ ਧਾਰਨ ਕਰੀਏ। ਤੇ ਗੁਰੂ ਕੇ ਖਾਲਸੇ ਦਾ ਗਹਿਣਾ ਹੈ ਨਾਮ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਜੋ ਜਿਨ੍ਹਾਂ ਨੇ ਪ੍ਰੇਮਾ ਭਗਤੀ ਜਾਨੀ, ਉਹ ਗੁਰੂ ਕੇ ਖਾਲਸੇ ਹੋਏ ਨੇ। ਤੋ ਐਸੀ ਜੋ ਭਗਤੀ ਧਾਰਨ ਕਰੀਏ ਹਿਰਦੇ ਦੇ ਵਿੱਚ, ਸਤਿਗੁਰੂ ਜੀ ਦੇ ਅੱਗੇ ਤਰਲਾ ਲੈਂਦੇ ਰਹੀਏ। ਹਾਂਜੀ, ਬੁਜ਼ਰਕ ਸੰਗਤ ਸਮਾ ਬਿਤਾਵੈ। ਗੁਰੂ ਕੇ ਸਿੱਖੋ, ਜਿਸ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰਨ ਦੀ ਚਾਹਨਾ ਹੈ ਨਾ, ਜਿਸ ਦੇ ਹਿਰਦੇ ਦੇ ਵਿੱਚ, ਜਿਸ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਨੂੰ ਮਿਲਣ ਦੀ ਇੱਛਾ ਹੈ, ਉਹ ਬਜ਼ੁਰਗਾਂ ਦੀ, ਮਹਾਂਪੁਰਖਾਂ ਦੀ, ਰੱਬ ਦੇ ਪਿਆਰੇ ਨਾਮ ਰਸੀਏ ਮਹਾਂਪੁਰਖਾਂ ਦੀ ਸੰਗਤ ਕਰਦਾ ਰਹੇ। ਦਿਲ ਤੇ ਦਾਵਾ ਦੂਰ ਗਵਾਵੈ। ਦਿਲ ਤੋਂ ਦਾਵਾ ਦੂਰ ਕਰ ਦੇਣਾ ਕਰੇ। ਗੁਰੂ ਕਾ ਸਿੱਖ ਰਾਜਾ ਵੀ ਹੈ, ਰਾਜ ਭਾਗ ਹੁੰਦਿਆਂ ਹੋਇਆਂ ਵੀ ਫਕੀਰ ਹੈ। ਗੁਰੂ ਕਾ ਸਿੱਖ ਰਾਜ ਭਾਗ ਪ੍ਰਾਪਤ ਕਰਕੇ ਵੀ ਫਕੀਰ ਹੈ। ਕਿਉਂ? ਕਿਉਂਕਿ ਗੁਰੂ ਕੇ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ। ਕੱਲ ਇਹਨਾਂ ਬਚਨਾਂ ਦੀ ਵਿਆਖਿਆ ਕਰਦਿਆਂ ਹੋਇਆਂ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਵੀ ਆਪ ਜੀ ਨੇ ਸਰਵਣ ਕੀਤਾ ਸੀ। ਇਸ ਕਰਕੇ ਰਾਜ ਮਹਿ ਰਾਜ, ਜੋਗ ਮਹਿ ਜੋਗੀ। ਰਾਜ ਮਹਿ ਰਾਜ, ਜੋਗ ਮਹਿ ਜੋਗੀ, ਤਪ ਮਹਿ ਤਪੀਸਰ, ਗ੍ਰਹਸਥ ਮਹਿ ਭੋਗੀ। ਐਸਾ ਗੁਰੂ ਕਾ ਖਾਲਸਾ ਆ। ਤੋ ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਮਾਇਆ ਦੇ ਵਿੱਚ ਰਹਿ ਕੇ ਰਾਜ ਭਾਗ ਪ੍ਰਾਪਤ ਕਰਕੇ ਵੀ ਉਦਾਸ ਰਹਿੰਦੇ ਹਨ।
ਤੋ ਛੱਡਣ ਲੱਗਿਆਂ ਦੇਰੀ ਨਹੀਂ ਕਰਦੇ। ਭਾਈ ਜੱਸਾ ਸਿੰਘ ਨੇ ਸਿੰਘਾਂ ਨੂੰ ਕਿਹਾ ਸੀ ਕਿ ਸਿੰਘੋ, ਸਾਡੇ ਹਿਰਦੇ ਦੇ ਵਿੱਚ ਰਾਜ ਭਾਗ ਦੀ ਪਕੜ ਨਹੀਂ ਹੋਣੀ ਚਾਹੀਦੀ। ਜੇ ਜੰਗਲਾਂ ਦੇ ਵਿੱਚ ਰਹਿਣਾ ਪਿਆ ਤੇ ਫੇਰ ਵੀ ਗੁਰੂ ਕੇ ਚਰਨਾਂ ਦੇ ਨਾਲ, ਬਾਣੀ ਦੇ ਨਾਲ ਜੁੜੇ ਰਹਿਣਾ। ਤੇ ਜੇ ਰਾਜ ਭਾਗ ਦੇ ਤਖਤ ਦੇ ਉੱਪਰ ਬੈਠ ਗਏ ਫੇਰ ਵੀ ਗੁਰੂ ਕੀ ਬਾਣੀ ਦੇ ਨਾਲ ਜੁੜੇ ਰਹਿਣਾ। ਕਦੇ ਵੀ ਹੰਕਾਰ ਨਹੀਂ ਕਰਨਾ ਮਨ ਦੇ ਵਿੱਚ। ਗੁਰੂ ਕੇ ਖਾਲਸੇ ਦਾ ਹਲੀਮੀ ਰਾਜ ਐਸਾ ਹੀ ਹੋਣਾ ਹੈ। ਗੁਰੂ ਕੇ ਖਾਲਸੇ ਨੇ ਜਦੋਂ ਰਾਜ ਕਰਨਾ ਉਸ ਸਮੇਂ ਪਰਮਾਤਮਾ ਦੀ ਬੰਦਗੀ ਦੇ ਵਿੱਚ ਸਾਰੇ ਜੀਵ ਜੁਟੇ ਹੋਣਗੇ। ਤੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਸਗਲੀ ਧਰਤੀ ਸ਼ੱਕਰ ਹੋਵੈ ਖੁਸ਼ੀ ਕਰੈ ਨਿਤ ਜੀਓ। ਗੁਰੂ ਕੇ ਖਾਲਸੇ ਦੇ ਰਾਜ ਦੇ ਵਿੱਚ ਦੁੱਧ ਦੀਆਂ ਨਦੀਆਂ ਵਹਿਣਗੀਆਂ। ਗੁਰੂ ਕੇ ਖਾਲਸੇ ਦੇ ਰਾਜ ਦੇ ਵਿੱਚ ਮਿਸ਼ਰੀ ਦੇ ਪਹਾੜ ਹੋਣਗੇ। ਕਹਿਣ ਤੋਂ ਭਾਵ ਕਿ ਜਦੋਂ ਬੰਦਗੀ ਦੇ ਵਿੱਚ ਜੀਵ ਲੱਗ ਗਏ, ਸਾਰੇ ਬੰਦਗੀ ਕਰਨ ਲੱਗ ਪਏ, ਤੇ ਸਤਿਗੁਰੂ ਜੀ ਦੀ ਬਾਣੀ ਨੇ ਬਚਨ ਕੀਤੇ ਹਨ ਕਿ ਕਿਸੇ ਵੀ ਗੱਲ ਦੀ ਕਮੀ ਨਹੀਂ ਰਹੇਗੀ। 18 ਟਾਪੂਆਂ ਦੇ ਵਿੱਚ ਮਣੀਪੁਰ ਦੇ ਇਲਾਕੇ ਦੇ ਵਿੱਚ ਜਿਹੜੇ ਰਾਜਿਆਂ ਨੇ ਰਾਜ ਕੀਤਾ, ਸਿੱਖ ਰਾਜਿਆਂ ਨੇ ਰਾਜ ਕੀਤਾ, ਉਹ ਇਤਿਹਾਸ ਪੜ੍ਹ ਕੇ ਦੇਖੀਏ ਤੋ ਜੋ ਸੋਨੇ ਦੇ ਸ਼ਹਿਰ ਹੋਇਆ ਕਰਦੇ ਸਨ ਤੇ ਦੁਕਾਨਾਂ ਖੁੱਲੀਆਂ ਰਹਿੰਦੀਆਂ ਸਨ, ਜੋ ਕੋਈ ਮਰਜ਼ੀ ਛਕੇ। ਇਸ ਪ੍ਰਕਾਰ ਗੁਰੂ ਕੇ ਸਿੱਖਾਂ ਨੇ ਰਾਜ ਕੀਤਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਰਾਜ ਭਾਗ ਕਰਨ ਦਾ ਸੰਕਲਪ ਬਖਸ਼ਿਆ ਹੈ। ਇਸ ਕਰਕੇ ਗੁਰੂ ਕਾ ਖਾਲਸਾ ਰਾਜ ਕਰੇਗਾ, ਪਰ ਖਾਲਸਾ ਰਾਜ ਤਾਂ ਕਰੇਗਾ ਜੇ ਖਾਲਸਾ ਬਣ ਗਿਆ। ਕਿਉਂਕਿ ਮਨ ਜੀਤੈ ਜਗ ਜੀਤ। ਜਦੋਂ ਮਨ ਨੂੰ ਜਿੱਤ ਲਵੇ ਤੇ ਫੇਰ ਜਗਤ ਦੇ ਉੱਪਰ ਜਿੱਤ ਪ੍ਰਾਪਤ ਹੁੰਦੀ ਹੈ। ਮਨ ਹਜੇ ਜਿੱਤਿਆ ਨਹੀਂ, ਰਾਜ ਭਾਗ ਪ੍ਰਾਪਤ ਕਿਵੇਂ ਹੋਵੇਗਾ? ਪਹਿਲਾਂ ਮਨ ਨੂੰ ਜਿੱਤਣਾ ਪਵੇਗਾ। ਜਿਹੜਾ ਸ੍ਰੇਸ਼ਟ ਬਾਪੂ ਹੈ ਨਾ, ਤੇ ਉਹ ਆਪਣੇ ਪੁੱਤ ਨੂੰ ਜੋ ਵੱਡੀਆਂ ਜ਼ਿੰਮੇਵਾਰੀਆਂ ਦੇਣ ਲੱਗਿਆ ਇਹ ਦੇਖਦਾ ਹੈ ਕਿ ਇਹ ਜ਼ਿੰਮੇਵਾਰੀ ਸਾਂਭਣ ਜੋਗਾ ਹੈ। ਏਡੀਆਂ ਵੱਡੀਆਂ ਜ਼ਿੰਮੇਵਾਰੀਆਂ ਸਾਂਭ ਲਵੇਗਾ, ਏਡਾ ਵੱਡਾ ਰਾਜ ਭਾਗ ਇਹ ਸਾਂਭ ਲਵੇਗਾ, ਪ੍ਰਾਪਤ ਕਰਕੇ ਕਿਤੇ ਅਨਿਆਂ ਤਾਂ ਨਾ ਕਰੇਗਾ, ਕਿਤੇ ਧੋਖੇਬਾਜ਼ੀਆਂ ਦਗੇਬਾਜ਼ੀਆਂ ਤਾਂ ਨਾ ਕਰੇਗਾ। ਇਸ ਕਰਕੇ ਸਤਿਗੁਰੂ ਜੀ ਨੇ ਜਦੋਂ ਦੇਖ ਲਿਆ ਕਿ ਖਾਲਸਾ ਸੰਪੂਰਨ ਹੋ ਗਿਆ, ਰਾਜ ਭਾਗ ਹਲੇਮੀ ਰਾਜ ਕਰਨ ਵਾਸਤੇ ਤਿਆਰ ਹੋ ਗਿਆ, ਉਸ ਸਮੇਂ ਸਤਿਗੁਰੂ ਜੀ ਨੇ ਆਪੇ ਹੀ ਖਾਲਸੇ ਦੀ ਝੋਲੀ ਦੇ ਵਿੱਚ ਰਾਜ ਭਾਗ ਪਾ ਦੇਣਾ ਹੈ, ਬਖਸ਼ ਦੇਣਾ ਹੈ। ਸਿਰਜੇ ਇੱਕ ਸਮ ਸਿਰਜਨਹਾਰੂ। ਤੋ ਇੱਕ ਬਰਾਬਰ ਹੀ ਸਾਰੇ ਜੀਵਾਂ ਨੂੰ ਸਿਰਜਣਹਾਰ ਪ੍ਰਮਾਤਮਾ ਨੇ ਸਿਰਜਿਆ ਹੈ, ਬਣਾਇਆ ਹੈ। ਬੰਦ ਹੈ ਦਾਵੇ ਕੂੜ ਗਵਾਰੂ। ਜਿਨ੍ਹਾਂ ਨੇ ਦਾਅਵੇ ਬੰਨੇ ਹੋਏ ਨੇ ਨਾ, ਉਹ ਝੂਠੇ ਨੇ, ਕੂੜ ਹਨ। ਗੁਰੂ ਕੇ ਸਿੱਖਾਂ ਦਾ ਰਾਜ ਜਦੋਂ ਦਿੱਲੀ ਰਾਜ ਪ੍ਰਾਪਤ ਕੀਤਾ ਤੇ ਇੱਕ ਮੁਸਲਮਾਨ ਬੀਬੀ ਨੇ ਸਿੰਘਾਂ ਨੂੰ ਵੀਰ ਜੀ ਆ ਕੇ ਕਹਿ ਦਿੱਤਾ ਸੀ, ਤੇ ਉਹਨਾਂ ਨੇ 2-3 ਵਾਰ ਖਾਲਸੇ ਨੇ ਜੋ ਉਹਨੂੰ ਭੈਣ ਨੂੰ ਰਾਜ ਭਾਗ ਫੇਰ ਦੁਬਾਰਾ ਦੇ ਦਿੱਤਾ ਸੀ। ਦਿੱਲੀ ਜਿੱਤ ਕੇ ਤੇ ਫੇਰ ਦੁਬਾਰਾ ਰਾਜ ਭਾਗ ਦੇ ਦਿੱਤਾ। ਤੋ ਇਤਿਹਾਸ ਪੜ੍ਹੀਏ ਫੇਰ ਪਤਾ ਲੱਗਦਾ ਹੈ ਗੁਰੂ ਕੇ ਸਿੱਖ ਰਾਜੇ ਮਹਾਰਾਜੇ ਵੀ ਨੇ, ਯੋਧੇ ਮਹਾਬਲੀ ਵੀ ਨੇ, ਤੇ ਫਕੀਰ ਐਸੇ ਨੇ, ਤਿਆਗੀ ਐਸੇ ਨੇ। ਏਡਾ ਵੱਡਾ ਰਾਜ ਭਾਗ ਜੋ ਇੰਨੇ ਸਿੰਘ ਸ਼ਹੀਦ ਕਰਵਾ ਕੇ ਰਾਜ ਭਾਗ ਪ੍ਰਾਪਤ ਕੀਤਾ, ਤੇ ਜਦੋਂ ਬੀਬੀ ਨੇ ਭੈਣ ਬਣ ਕੇ ਬੇਨਤੀ ਕੀਤੀ, ਤਰਲਾ ਕੀਤਾ, ਤੇ ਰਾਜ ਭਾਗ ਫੇਰ ਦੇ ਦਿੱਤਾ ਉਹਨਾਂ ਨੂੰ। ਐਸੇ ਦਰਿਆ ਦਿਲ ਨੇ ਗੁਰੂ ਕੇ ਸਿੱਖ। ਕਰਤ ਬਾਦ ਦੋ ਖਪ ਜਾਏ। ਹਾਂਜੀ, ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਹੜੇ ਵਿਅਰਥ ਝਗੜੇ ਕਰਦੇ ਨੇ ਨਾ, ਉਹ ਦੋਨੇ ਹੀ ਖਪ ਜਾਣਗੇ, ਰਹਿਣੇ ਨਹੀਂ ਦੁਨੀਆ ਦੇ ਉੱਪਰ ਸਦਾ ਵਾਸਤੇ। ਜੇ ਹਰੇਕ ਜੀਵ ਦੇ ਵਿੱਚ ਪ੍ਰਮਾਤਮਾ ਨੂੰ ਜਾਣਿਆ ਜਾਵੇ ਤੇ ਫਿਰ ਪ੍ਰਮਾਤਮਾ ਦੀ ਵੱਡੀ ਭਾਰੀ ਖੁਸ਼ੀ ਹੁੰਦੀ ਹੈ। ਬਿਨ ਮਗ ਪਾਏ ਨਰਕ ਸਿਧਾਏ। ਜੋ ਸੋਹਣੇ ਰਸਤੇ ਤੋਂ ਬਿਨਾ, ਸ੍ਰੇਸ਼ਟ ਰਸਤੇ ਤੇ ਚੱਲੇ ਤੋਂ ਬਿਨਾ ਹਰੇਕ ਜੀਵ ਦੇ ਵਿੱਚ ਜੇ ਪ੍ਰਮਾਤਮਾ ਨਾ ਜਾਣੀਏ ਤੇ ਫਿਰ ਨਰਕਾਂ ਨੂੰ ਜਾਣਗੇ ਜੀਵ। ਜਿਹੜੇ ਨਹੀਂ ਜਾਣਦੇ, ਦੂਜਿਆਂ ਦੇ ਨਾਲ ਈਰਖਾ, ਬਖੀਲੀ, ਨਿੰਦਿਆ, ਚੁਗਲੀ, ਵੈਰ ਭਾਵਨਾ ਰੱਖਦੇ ਨੇ, ਉਹ ਨਰਕਾਂ ਨੂੰ ਜਾਣਗੇ। ਇਸ ਕਰਕੇ ਗੁਰੂ ਕਾ ਸਿੱਖ ਵੈਰ ਤੋਂ ਰਹਿਤ ਹੁੰਦਾ ਹੈ। ਇਤਿਹਾਸ ਪੜ੍ਹ ਕੇ ਦੇਖੀਏ, ਜਦੋਂ 18ਵੀਂ ਸਦੀ ਦੇ ਵਿੱਚ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਜੋ ਭਾਈ ਕਨ੍ਹਈਆ ਜੀ ਜਦੋਂ
ਜਲ ਛਕਾਇਆ ਕਰਦੇ ਸਨ ਤੇ ਸਿੰਘਾਂ ਨੇ ਜਾ ਕੇ ਸਤਿਗੁਰੂ ਜੀ ਨੂੰ ਸ਼ਿਕਾਇਤ ਕਰ ਦਿੱਤੀ ਕਿ ਸਤਿਗੁਰੂ ਜੀਓ, ਇਹ ਭਾਈ ਕਨਈਆ ਜੀ ਇਹ ਨਹੀਂ ਦੇਖਦੇ ਕਿ ਇਹ ਤੁਰਕ ਨੇ, ਇਹ ਦੁਸ਼ਮਣ ਨੇ, ਉਹਨਾਂ ਨੂੰ ਵੀ ਜਲ ਛਕਾਉਂਦੇ ਨੇ। ਸਿੰਘਾਂ ਨੂੰ ਮੋਰਚਿਆਂ ਦੇ ਵਿੱਚ ਬੈਠਿਆਂ ਹੋਇਆਂ ਜਲ ਛਕਾਉਣਾ ਹੀ ਹੈ ਇਹਨਾਂ ਨੇ, ਤੋ ਇਹ ਮੁਸਲਮਾਨਾਂ ਨੂੰ ਵੀ ਜਲ ਛਕਾਉਂਦੇ ਨੇ। ਜਦੋਂ ਸਤਿਗੁਰੂ ਜੀ ਦੇ ਦੀਵਾਨ ਦੇ ਵਿੱਚ ਪੇਸ਼ ਹੋਏ ਭਾਈ ਕਨਈਆ ਜੀ, ਤੇ ਭਾਈ ਕਨਈਆ ਜੀ ਨੂੰ ਸਤਿਗੁਰੂ ਜੀ ਨੇ ਪੁੱਛਿਆ ਕਿ ਭਾਈ ਕਨਈਆ ਜੀ, ਸਿੰਘ ਠੀਕ ਕਹਿ ਰਹੇ ਨੇ? ਕਿ ਭਾਈ ਕਨਈਆ ਜੀ ਨੇ ਗਲ ਦੇ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਦੋਨੇ ਹੱਥ ਜੋੜ ਕੇ ਤਰਲਾ ਲਿਆ ਕਿ ਸਤਿਗੁਰੂ ਜੀਓ, ਮੈਨੂੰ ਆਪ ਜੀ ਤੋਂ ਬਿਨਾਂ ਹੋਰ ਕੁਝ ਦਿਖਾਈ ਹੀ ਨਹੀਂ ਦਿੰਦਾ। ਮੈਂ ਹਰੇਕ ਜੀਵ ਦੇ ਵਿੱਚ ਆਪ ਜੀ ਦੇ ਦਰਸ਼ਨ ਕਰਦਾ, ਮੈਂ ਆਪ ਜੀ ਨੂੰ ਜਲ ਛਕਾਉਂਦਾ, ਮੈਂ ਹੋਰ ਕਿਸੇ ਨੂੰ ਜਲ ਨਹੀਂ ਛਕਾਉਂਦਾ। ਸਿੰਘਾਂ ਨੂੰ ਕਹਿਣ ਲੱਗੇ ਸਤਿਗੁਰੂ ਜੀ ਕਿ ਸਿੰਘੋ, ਭਾਈ ਕਨਈਆ ਜੀ ਨੇ ਸੇਵਾ ਸਿਮਰਨ ਕਰਕੇ, ਬੰਦਗੀ ਕਰਕੇ, ਗੁਰੂ ਕੇ ਉਪਦੇਸ਼ ਨੂੰ ਹਿਰਦੇ ਦੇ ਵਿੱਚ ਵਸਾ ਕੇ ਉੱਚੀ ਅਵਸਥਾ ਪ੍ਰਾਪਤ ਕਰ ਲਈ ਹੈ, ਤੇ ਇਸ ਕਰਕੇ ਇਹਨੂੰ ਆਪਣੀ ਮਸਤੀ ਦੇ ਵਿੱਚ ਸੇਵਾ ਕਰਨ ਦਿਓ। ਇਹਨੂੰ ਜਰਰੇ ਜਰਰੇ ਦੇ ਵਿੱਚੋਂ ਰੱਬ ਦਿਖਾਈ ਦਿੰਦਾ ਹੈ, ਇਹਨੂੰ ਜਰਰੇ ਜਰਰੇ ਦੇ ਵਿੱਚੋਂ ਹਰੇਕ ਜੀਵ ਦੇ ਵਿੱਚ ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਇਹਦੀ ਇਹ ਅਵਸਥਾ ਹੋ ਗਈ ਹੈ, ਇਹਦੀ ਅਵਸਥਾ ਤੱਕ ਕੋਈ ਕੋਈ ਗੁਰਮੁਖ ਪਿਆਰਾ ਪਹੁੰਚ ਸਕਦਾ ਹੈ। ਪ੍ਰੇਮ ਤੁਸੀਂ ਸਾਰਿਆਂ ਦਾ ਸਾਡੇ ਨਾਲ ਹੈ, ਪਰ ਇਹ ਕਨਈਆ ਜੀ ਦੇ ਉੱਪਰ ਬੜੀ ਵੱਡੇ ਸਤਿਗੁਰਾਂ ਦੀ ਕਿਰਪਾ ਹੋਈ ਹੈ। ਭਾਈ ਕਨਈਆ ਜੀ ਦੇ ਉੱਤੇ ਖੁਸ਼ ਹੋ ਕੇ ਸਤਿਗੁਰੂ ਜੀ ਨੇ ਮਲਮ ਪੱਟੀ ਵੀ ਦੇ ਦਿੱਤੀ ਕਿ ਭਾਈ ਕਨਈਆ ਜੀ, ਆਹ ਮਲਮ ਪੱਟੀ ਵੀ ਲੈ ਜਾਓ, ਜਲ ਛਕਾਇਆ ਕਰੋ ਤੇ ਨਾਲੇ ਮਲਮ ਪੱਟੀ ਕਰਿਆ ਕਰੋ। ਇਹ ਗੁਰੂ ਕੇ ਸਿੱਖ ਦਾ ਸਿਧਾਂਤ ਹੈ। ਤੋ ਇਹ ਸਿਧਾਂਤ ਤੁਸੀਂ ਕਿਸਾਨੀ ਮੋਰਚੇ ਦੇ ਵਿੱਚ ਵੀ ਦੇਖਿਆ। ਪਹਿਲਾਂ ਤਾਂ ਉਹ ਦੁਸ਼ਟ ਡਾਂਗਾ ਮਾਰਿਆ ਕਰਦੇ ਸਨ, ਤੇ ਫਿਰ ਜਦੋਂ ਪ੍ਰਸ਼ਾਦੇ ਦਾ ਟਾਈਮ ਹੁੰਦਾ ਫਿਰ ਸਿੱਖਾਂ ਦੇ ਲੰਗਰਾਂ ਦੇ ਵਿੱਚ ਪ੍ਰਸ਼ਾਦਾ ਛਕਣ ਵੀ ਆ ਜਾਂਦੇ। 18ਵੀਂ ਸਦੀ ਦਾ ਇਤਿਹਾਸ ਪੜ੍ਹੀਏ, ਬੀਬੀ ਸੁੰਦਰੀ ਜੋ ਉਹਦਾ ਇਤਿਹਾਸ ਪੜ੍ਹੀਏ, ਤੇ ਜਾਂ ਹੋਰ 18ਵੀਂ ਸਦੀ ਦਾ ਜਿੰਨਾ ਵੀ ਇਤਿਹਾਸ, ਉਹ ਇਤਿਹਾਸ ਦੇ ਵਿੱਚ ਪੜ੍ਹ ਕੇ ਦੇਖੀਏ। ਸਿੰਘਾਂ ਨੇ ਸਤਿਗੁਰੂ ਜੀ ਨੇ ਜੋ ਮਰਿਆਦਾ ਚਲਾਈ ਸੀ, ਉਹ ਉਸੇ ਤਰ੍ਹਾਂ ਜਥਿਆਂ ਦੇ ਵਿੱਚ ਯੁੱਧ ਦੇ ਮੈਦਾਨ ਦੇ ਵਿੱਚ ਯੁੱਧ ਕਰਦਿਆਂ, ਧਰਮ ਯੁੱਧ ਕਰਦਿਆਂ ਹੋਇਆਂ ਉਹ ਮਰਿਆਦਾ ਉਸੇ ਤਰ੍ਹਾਂ ਪ੍ਰਚਲਿਤ ਰੱਖੀ। ਸੂਈਏ ਸਿੰਘ ਹੁੰਦੇ ਸਨ, ਤੇ ਫਿਰ ਲੰਗਰ ਪ੍ਰਸ਼ਾਦਾ ਤਿਆਰ ਕਰਨ ਵਾਲੇ ਹੁੰਦੇ ਸਨ, ਯੁੱਧ ਕਰਨ ਵਾਲੇ ਹੁੰਦੇ ਸਨ। ਹਰੇਕ ਪ੍ਰਕਾਰ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਸੀ। ਤੇ ਗੁਰੂ ਕੇ ਸਿੱਖੋ, ਕੁਝ ਸਿੱਖਾਂ ਦੇ ਜਥਿਆਂ ਦੇ ਵਿੱਚ ਮਲਮ ਪੱਟੀ ਕਰਨ ਵਾਲੇ ਵੀ ਹੁੰਦੇ ਸਨ, ਜਲ ਛਕਾਉਣ ਵਾਲੇ ਵੀ ਹੁੰਦੇ ਸਨ। ਉਹ ਭਾਈ ਕਨਈਆ ਜੀ ਵਾਂਗੂ ਹੀ ਨਿਗਾਹ ਰੱਖਿਆ ਕਰਦੇ ਸਨ। ਤੇ ਪਹਿਲਾਂ ਤਾਂ ਸਾਰਾ ਦਿਨ ਯੁੱਧ ਹੋਣਾ। ਜਦੋਂ ਯੁੱਧ ਦੇ ਮੈਦਾਨ ਦੇ ਵਿੱਚ ਗੁਰੂ ਕਾ ਖਾਲਸਾ ਉਤਰਦਾ ਸੀ, ਤੇ ਮੁਸਲਮਾਨ ਗਾਜੀ ਪਠਾਨ ਤੌਬਾ ਕਰ ਉੱਠਦੇ ਸਨ ਕਿ ਯਾ ਅੱਲਾ, ਇਹਨਾਂ ਦੇ ਵਿੱਚ ਕੈਸੀ ਕਰਾਮਾਤ ਹੈ। ਮੈਦਾਨੇ ਜੰਗ ਦੇ ਵਿੱਚ ਯੁੱਧ ਕਰਦਿਆਂ ਹੋਇਆਂ ਸਾਡੇ ਸਿਪਾਹੀਆਂ ਨੂੰ ਮਿੱਟੀ ਦੇ ਵਿੱਚ ਮਿਲਾ ਦਿੰਦੇ ਨੇ, ਭੜਥੂ ਮਚਾ ਦਿੰਦੇ ਨੇ ਜਦੋਂ ਮੈਦਾਨੇ ਜੰਗ ਦੇ ਵਿੱਚ ਉਤਰਦੇ। ਤੇ ਜਦੋਂ ਇਹਨਾਂ ਦੇ ਵਿੱਚ ਦਇਆ ਦੇਖੀਏ, ਗੁਰੂ ਕੇ ਸਿੱਖੋ, ਜਦੋਂ ਸ਼ਾਮ ਦੇ ਸਮੇਂ ਯੁੱਧ ਦੀ ਸਮਾਪਤੀ ਹੁੰਦੀ, ਤੇ ਉਹੋ ਹੀ ਸਾਰਾ ਦਿਨ ਲੜਨ ਵਾਲੇ, ਯੁੱਧ ਕਰਨ ਵਾਲੇ ਮੁਸਲਮਾਨ ਗਾਜੀ ਪਠਾਨ ਜ਼ਾਲਮ ਗੁਰੂ ਕੇ ਸਿੰਘਾਂ ਦੇ ਲੰਗਰਾਂ ਦੇ ਵਿੱਚ, ਗੁਰੂ ਕੇ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਣ ਆ ਜਾਇਆ ਕਰਦੇ ਸਨ। ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਲੱਗਿਆਂ ਕੋਈ ਭਿੰਨ ਭੇਦ ਨਹੀਂ ਸਨ ਰੱਖਦੇ, ਹਿਰਦੇ ਦੇ ਵਿੱਚ ਕੋਈ ਉਹਨਾਂ ਦੇ ਈਰਖਾ ਨਹੀਂ ਸੀ ਹੁੰਦੀ। ਉਹ ਕਹਿੰਦੇ ਕਿ ਹੁਣ ਗੁਰੂ ਕਾ ਲੰਗਰ ਚੱਲ ਰਿਹਾ ਹੈ। ਉਦੋਂ ਗੁਰੂ ਕੇ ਖਾਲਸੇ ਦੀ ਤੇਗ ਚੱਲਦੀ ਸੀ, ਤੇ ਹੁਣ ਇੱਥੇ ਦੇਗ ਚੱਲਦੀ ਹੈ। ਇਸ ਕਰਕੇ ਸਾਰੇ ਬੈਠ ਕੇ ਪ੍ਰਸ਼ਾਦਾ ਛਕੋ। ਸਿੱਖਾਂ ਦੇ ਹਿਰਦੇ ਦੇ ਵਿੱਚ ਇਹ ਪਿਆਰ ਸੀ, ਭਾਵਨਾ ਸੀ ਕਿ ਇਹਨਾਂ ਜ਼ਾਲਮਾਂ ਦੇ ਅੰਦਰੋਂ ਦੁਸ਼ਮਣੀ ਮਾਰਨੀ ਹੈ। ਅਸੀਂ ਇਹਨਾਂ ਨੂੰ, ਦੁਸ਼ਮਣਾਂ ਨੂੰ ਮਾਰਨਾ ਨਹੀਂ, ਇਹਨਾਂ ਦੇ ਅੰਦਰੋਂ ਦੁਸ਼ਮਣੀ ਮਾਰਨੀ ਹੈ। ਜਿਹੜੇ ਚੜ੍ਹ ਕੇ ਆਉਂਦੇ ਨੇ, ਤੇ ਉਹਦੇ ਵਾਸਤੇ ਜੇ ਜ਼ਾਲਮ ਚੜ੍ਹ ਕੇ ਆਵੇ ਤੇ ਉਹਦੇ ਵਾਸਤੇ ਤੇਗ, ਜੇ ਨੀਵਾ ਹੋ ਕੇ ਆਵੇ ਨਿਮਰਤਾ ਦੇ ਸਹਿਤ, ਤੇ ਫਿਰ ਉਹਦੇ ਵਾਸਤੇ ਦੇਗ ਤਿਆਰ, ਗੁਰੂ ਕਾ ਲੰਗਰ ਤਿਆਰ ਹੈ। ਇਸ ਕਰਕੇ ਗੁਰੂ ਕੇ ਖਾਲਸੇ ਦਾ ਸਿਧਾਂਤ ਬੜਾ ਉੱਚਾ ਸੁੱਚਾ ਹੈ।
ਸਤਿਗੁਰੂ ਜੀ ਨੂੰ ਬੇਨਤੀ ਕਰੀਏ ਕਿ ਸਤਿਗੁਰੂ ਜੀਓ ਇਹ ਸਿਧਾਂਤ ਨੂੰ ਅਸੀਂ ਜਾਣ ਲਈਏ, ਇਹ ਕਿਰਪਾ ਕਰੋ ਜੀ। ਹਾਂਜੀ। ਭਰਮੇ ਭੂਲੇ ਆਵਹਿ ਜਾਈ। ਤੇ ਜਿਹੜੇ ਭਰਮ ਦੇ ਵਿੱਚ ਭੁੱਲੇ ਹੋਏ ਧਰਮ ਦੇ ਝਗੜਿਆਂ ਦੇ ਵਿੱਚ ਪੈਂਦੇ ਨੇ, ਆਪਣੇ ਅੰਦਰ ਈਰਖਾ, ਬਖੀਲੀ, ਨਿੰਦਿਆ, ਚੁਗਲੀ, ਵੈਰ ਭਾਵਨਾ ਰੱਖਦੇ ਨੇ, ਗੁਰੂ ਕਾ ਖਾਲਸਾ ਮੈਦਾਨੇ ਯੁੱਧ ਦੇ ਵਿੱਚ ਲੜਦਿਆਂ ਹੋਇਆਂ ਵੀ ਅੰਦਰੋਂ ਵੈਰ ਭਾਵਨਾ ਨਹੀਂ। ਜੇ ਦੁਸ਼ਮਣ ਚੜ੍ਹ ਕੇ ਆਇਆ ਹੈ ਨਾ ਤੇ ਫਿਰ ਉਹਨੂੰ ਭੱਜਣ ਨਹੀਂ ਦੇਣਾ, ਤੇ ਪਰ ਫਿਰ ਵੀ ਗੁਰੂ ਕਾ ਸਿੱਖ ਖੁਸ਼ ਰਹਿੰਦਾ ਹੈ। 6ਵੇਂ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹ ਕੇ ਦੇਖੀਏ, 10ਵੇਂ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹ ਕੇ ਦੇਖੀਏ, ਕੋਈ ਐਸਾ ਸੂਰਮਾ ਨਹੀਂ ਹੋਵੇਗਾ ਜੋ ਮੈਦਾਨੇ ਜੰਗ ਦੇ ਵਿੱਚ ਯੁੱਧ ਕਰਦਿਆਂ, ਤੀਰ ਚਲਾਉਂਦਿਆਂ, ਬਰਛਾ ਚਲਾਉਂਦਿਆਂ, ਕਿਰਪਾਨ ਚਲਾਉਂਦਿਆਂ ਹਿਰਦੇ ਦੇ ਉੱਤੇ ਜੋ ਖੁਸ਼ੀ ਹੋਵੇ। ਇਹ 6ਵੇਂ ਪਾਤਸ਼ਾਹ ਜਾਂ 10ਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਕਮਾਲ ਹੈ। ਸਤਿਗੁਰੂ ਜੀ ਮੈਦਾਨੇ ਜੰਗ ਦੇ ਵਿੱਚ ਯੁੱਧ ਕਰਦਿਆਂ ਹੋਇਆਂ ਵੀ ਦੁਸ਼ਮਣ ਨੂੰ ਯੁੱਧ ਨੀਤੀ ਸਿਖਾਉਣ ਲੱਗ ਪੈਂਦੇ ਨੇ। ਕਹਿੰਦੇ ਨੇ ਕਿ ਪੁੱਤਰ ਇਹ ਯੁੱਧ ਨੀਤੀ ਹੈ, ਯੁੱਧ ਨੀਤੀ ਨਹੀਂ। ਪਹਿਲਾਂ ਯੁੱਧ ਦੇ ਮੈਦਾਨ ਦੇ ਵਿੱਚ ਯੁੱਧ ਕਰਨਾ ਸਿੱਖ ਕੇ ਆਪ ਉਹਨੂੰ ਵਾਰ ਦੱਸਣ ਲੱਗ ਪੈਂਦੇ ਸਨ। ਜਿਵੇਂ ਜੋ ਪੈਂਦੇ ਖਾਂ ਆਪ ਉਹਨੂੰ ਦੱਸਿਆ ਕਿ ਪੁੱਤਰ ਮਾਂ ਨੂੰ ਯਾਦ ਕਰਨ ਦਾ ਸਮਾਂ ਨਹੀਂ, ਹੁਣ ਖੁਦਾ ਨੂੰ ਯਾਦ ਕਰ ਜਿਹੜਾ ਲੋਕ ਪਰਲੋਕ ਦੇ ਵਿੱਚ ਰੱਖਿਆ ਕਰਨ ਵਾਲਾ ਹੈ। ਤੂੰ ਵਾਰ ਕਰ ਲਏ ਨੇ, ਤੂੰ 3 ਵਾਰ ਕਰ ਲਏ ਨੇ, ਚੌਥਾ ਵਾਰ ਤੂੰ ਕਪਟ ਦੇ ਨਾਲ ਕਰਨ ਲੱਗਾ ਸੀ, ਹੁਣ ਸਾਡੀ ਵਾਰੀ ਆ ਗਈ, ਸਾਡਾ ਵਾਰ ਰੋਕ ਹੋਣਾ। ਤੇ ਸਤਿਗੁਰੂ ਜੀ ਨੇ ਸਿਰ ਤੋਂ ਲੈ ਕੇ, ਕਈ ਇਤਿਹਾਸਕਾਰ ਮੋਢਿਆਂ ਤੋਂ ਵੀ ਕਹਿੰਦੇ ਨੇ, ਮੋਢੇ ਤੋਂ ਲੈ ਕੇ ਜੋ ਚੀਰ ਪਾ ਦਿੱਤਾ ਸੀ, ਤੋ ਸਤਿਗੁਰੂ ਜੀ ਦੇ ਇਤਿਹਾਸ ਦੇ ਵਿੱਚ ਲਿਖਿਆ ਕਿ ਸਿਰ ਤੋਂ ਲੈ ਕੇ ਬਖਤਰ ਦੇ ਸਮੇਤ ਹੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੀਰ ਕੇ ਰੱਖ ਦਿੱਤਾ, ਨਾਲ ਘੋੜੇ ਨੂੰ ਵੀ ਵੱਢ ਕੇ ਸੁੱਟ ਦਿੱਤਾ। ਤੇ ਧਰਤੀ ਦੇ ਵਿੱਚ ਸਤਿਗੁਰੂ ਜੀ ਦਾ ਤੇਗਾ ਧਸ ਗਿਆ ਸੀ। ਇੰਨੇ ਜ਼ੋਰ ਦੇ ਨਾਲ, ਇੰਨੇ ਬਲ ਦੇ ਨਾਲ ਵਾਰ ਕੀਤਾ। ਤੇ ਪਰ ਦੇਖਣ ਵਾਲੇ ਕਹਿੰਦੇ ਸਨ ਕਿ ਸਤਿਗੁਰੂ ਜੀ ਦੇ ਚਿਹਰੇ ਦੇ ਉੱਤੇ ਗੁੱਸਾ ਨਹੀਂ ਸੀ ਭਾਸਦਾ, ਚਿਹਰਾ ਐਵੇਂ ਲੱਗਦਾ ਸੀ ਕਿ ਬੜੇ ਖੁਸ਼ ਨੇ। ਪਰ ਇੰਨੇ ਵੀਰ ਰਸ ਦੇ ਵਿੱਚ ਵਾਰ ਕੀਤਾ, ਘੋੜੇ ਜੋ ਏਡੇ ਵੱਡੇ ਬਹਾਦਰ ਪੈਂਦੇ ਖਾਂ ਨੂੰ ਵੱਢ ਕੇ ਸਤਿਗੁਰੂ ਜੀ ਦਾ ਤੇਗਾ ਘੋੜੇ ਨੂੰ ਵੀ ਵੱਢ ਗਿਆ ਤੇ ਫਿਰ ਧਰਤੀ ਦੇ ਵਿੱਚ ਧਸ ਗਿਆ। ਐਸੇ ਯੋਧੇ ਮਹਾਬਲੀ ਸਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਐਸੇ ਮਹਾਬਲੀ ਸਨ ਕਿ ਚਮਕੌਰ ਦੀ ਗੜੀ ਦੇ ਵਿੱਚ ਇੰਨੇ ਵੀਰ ਰਸ ਦੇ ਵਿੱਚ ਆਏ। ਜਿਹੜੀ 10,000 ਫੌਜ ਸਾਹਮਣੇ ਆ ਰਹੀ ਸੀ ਨਾ, ਇੱਕ ਤੀਰ ਦੇ ਨਾਲ ਹੀ ਸਤਿਗੁਰੂ ਜੀ ਨੇ ਖਪਰਾ ਤੀਰ ਧਨੁੱਖ ਦੇ ਚਿੱਲੇ ਦੇ ਉੱਪਰ ਚੜਾਇਆ, ਜੋ ਕੰਨ ਤੱਕ ਖਿੱਚਿਆ, ਚਿਰੜ ਚਿਰੜ ਦੀ ਆਵਾਜ਼ ਆਈ, ਸ਼ੂਕਦਾ ਹੋਇਆ, ਝਰਨਾਟ ਪਾਉਂਦਾ ਹੋਇਆ ਤੀਰ ਗਿਆ। ਤੇ ਜਿਹੜੀ 10,000 ਫੌਜ ਆ ਰਹੀ ਸੀ, 10,000 ਫੌਜ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਇੱਕ ਤੀਰ ਦੇ ਨਾਲ ਹੀ। ਐਸੇ ਨੇ ਯੋਧੇ ਮਹਾਬਲੀ ਸੂਰਮੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਗੁਰੂ ਕੇ ਸਿੱਖਾ, ਤੈਨੂੰ ਐਸੇ ਸਤਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ। ਸਤਿਗੁਰੂ ਜੀ ਨੂੰ ਤਿਆਗ ਕੇ ਕਦੇ ਵੀ ਨਾ ਕਿਤੇ ਭਰਮ। ਇਹ ਜੋ ਪਹਿਲੇ ਮੰਗਲ ਦੇ ਵਿੱਚ ਬਚਨ ਕਹਿ ਦਿੱਤੇ ਨੇ ਕਵੀ ਜੀ ਨੇ ਕਿ ਗੁਰੂ ਗੋਬਿੰਦ ਸਿੰਘ ਸਿਮਰ ਨਿਤ ਅਪਰਨਾ ਜਾਹੇ ਸਮਾਨ, ਜਿਨ੍ਹਾਂ ਦੇ ਸਮਾਨ ਹੋਰ ਕੋਈ ਵੀ ਨਹੀਂ ਹੈ ਜਗਤ ਦੇ, ਦੁਨੀਆ ਦੇ ਤਖਤੇ ਦੇ ਉੱਤੇ। ਇਸ ਕਰਕੇ ਸਤਿਗੁਰੂ ਜੀ ਦੇ ਉੱਪਰ ਟੇਕ ਰੱਖ, ਸਤਿਗੁਰੂ ਜੀ ਦੇ ਉੱਤੇ ਭਰੋਸਾ ਰੱਖ। ਸਤਿਗੁਰ ਮਿਲੈ ਤਾਂ ਦੇਹ ਬਤਾਈ। ਜਦੋਂ ਸਤਿਗੁਰੂ ਜੀ ਮਿਲ ਜਾਣ, ਪੂਰੇ ਸਤਿਗੁਰੂ ਜੀ ਮਿਲ ਪੈਣ ਤੇ ਫੇਰ ਗਿਆਨ ਬਖਸ਼ ਦਿੰਦੇ ਨੇ ਕਿਰਪਾ ਕਰਕੇ। ਦੋਹਰਾ ਸੁਨਤ ਉਬਾਰੇ ਖਾਨ ਕੋ, ਪ੍ਰੇਮ ਭਇਓ ਮਨ ਆਏ। ਐਸੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਬਚਨ ਸੁਣੇ, ਉਬਾਰੇ ਖਾਂ ਦੇ ਹਿਰਦੇ ਦੇ ਵਿੱਚ ਪ੍ਰੇਮ ਜਾਗ ਪਿਆ ਹੈ, ਪ੍ਰੇਮ ਦੀ ਚਿਣਗ ਜਾਗ ਪਈ। ਕਹੈ ਤਪਾਜੀ ਚਰਨ ਨਿਜ, ਮੋਕੋ ਦਰਸ ਦਿਖਾਏ। ਕਹਿਣ ਲੱਗਾ ਉਬਾਰੇ ਖਾਨ ਕਿ ਸਤਿਗੁਰੂ ਜੀਓ ਕਿਰਪਾ ਕਰੋ, ਆਪਣੇ ਚਰਨਾਂ ਦੇ ਦਰਸ਼ਨ ਮੈਨੂੰ ਦਿਖਾ ਦੇਣਾ ਕਰੋ ਜੀ, ਚਰਨਾਂ ਦੇ ਦਰਸ਼ਨ ਕਰਵਾ ਦਿਓ ਜੀ।
ਚੌਪਈ ਜੈਸਾ ਸ਼ਰਵਨ ਸੁਨਿਓ ਮੈਂ ਤੁਮਕੋ। हे ਸਤਿਗੁਰੂ ਜੀਓ, ਜੈਸੀ ਆਪ ਜੀ ਦੀ ਵਡਿਆਈ ਮੈਂ ਕੰਨਾਂ ਦੇ ਨਾਲ ਸੁਣੀ ਸੀ, ਉਸ ਤੋਂ ਵੱਧ ਕੇ ਆਪ ਜੀ ਦੇ ਦਰਸ਼ਨ ਕੀਤੇ ਨੇ, ਆਨੰਦ ਪ੍ਰਾਪਤ ਹੋਇਆ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਤੈਸੇ ਦਰਸ ਭਇਓ ਬਿਨ ਗਮ ਕੋ। ਹਾਂਜੀ, ਬਿਨਾ ਗਮ ਤੋਂ ਦੁੱਖਾਂ ਤੋਂ ਰਹਿਤ ਹੋ ਗਿਆ, ਗਮ ਤੋਂ ਰਹਿਤ ਹੋ ਗਿਆ ਹੋ ਗਿਆ ਹਾਂ ਮੈਂ। ਤੇ ਆਪ ਜੀ ਦੇ ਦਰਸ਼ਨ ਉਸੇ ਹੀ ਤਰ੍ਹਾਂ ਹੋਏ ਹਨ। ਆਪ ਜੀ ਦੇ ਦਰਸ਼ਨ ਜੋ ਸੱਚਖੰਡ ਦੀ ਪ੍ਰਾਪਤੀ ਕਰਾਉਣ ਵਾਲੇ ਨੇ, ਬਿਨਾਂ ਗਮ ਤੋਂ ਸੱਚਖੰਡ ਲੋਕ ਹੈ ਨਾ ਜਿਹੜਾ, ਉਹਦੀ ਪ੍ਰਾਪਤੀ ਹੁੰਦੀ ਹੈ ਆਪ ਜੀ ਦੇ ਦਰਸ਼ਨ ਕਰਕੇ। ਜੋ ਬੇਗਮਪੁਰਾ ਸ਼ਹਿਰ ਕੋ ਨਾਓ, ਦੋਖ ਅੰਦੋਹ ਨਹੀਂ ਤਹਿ ਠਾਓ, ਐਸੇ ਦੇਸ਼ ਦੀ ਪ੍ਰਾਪਤੀ ਹੁੰਦੀ ਹੈ ਆਪ ਜੀ ਦੇ ਦਰਸ਼ਨ ਕਰਕੇ। ਮੋਰ ਮਨੋਰਥ ਪੂਰਹੁ ਸੁਆਮੀ। हे ਸੁਆਮੀ ਸਤਿਗੁਰੂ ਜੀਓ, ਕਿਰਪਾ ਕਰੋ, ਮੇਰਾ ਮਨੋਰਥ, ਮੇਰੇ ਮਨ ਦੀ ਭਾਵਨਾ ਪੂਰੀ ਕਰ ਦੇਣਾ ਕਰੋ ਜੀ। ਕਰਹੁ ਕ੍ਰਿਤਾਰਥ ਅੰਤਰਜਾਮੀ। ਅੰਤਰਜਾਮੀ ਸਤਿਗੁਰੂ ਜੀਓ, ਮੈਨੂੰ ਕਿਰਤਾਰਥ ਕਰ ਦਿਓ ਜੀ, ਮੇਰੀ ਕੀਤੀ ਹੋਈ ਕਮਾਈ ਸਫਲੀ ਕਰ ਦਿਓ। ਆਸਨ ਕਰ ਅਸੀਨ ਸ੍ਰੀ ਨਾਨਕ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਚੋਜੀ ਪ੍ਰੀਤਮ ਸਤਿਗੁਰੂ ਜੀ ਆਪਣੇ ਆਸਨ ਦੇ ਉੱਪਰ ਬਿਰਾਜੇ ਹੋਏ ਸਨ। ਸਭ ਸਰੀਰ ਪਰ ਬਸਤਰ ਸੁਤਾਨਕ। ਸਾਰੇ ਤਨ ਦੇ ਉੱਪਰ ਬਸਤਰ ਤਾਣਿਆ ਹੋਇਆ ਸੀ, ਭਾਵ ਕੇ ਚਾਦਰਾ ਲਿਆ ਹੋਇਆ ਸੀ ਉੱਪਰ। ਸੁਨੀ ਬਿਨੈ ਕਰੁਣਾ ਨਿਧ ਜਬਹੀ। ਕਿਰਪਾ ਦੇ ਖਜ਼ਾਨੇ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਉਬਾਰੇ ਖਾਨ ਦੀ ਬੇਨਤੀ ਸੁਣੀ। ਨਿਜ ਪਗ ਬਹਿਰ ਨਿਕਾਸੇ ਤਬਹੀ। ਆਪਣੀ ਮੌਜ ਦੇ ਵਿੱਚ ਹੀ ਸਤਿਗੁਰੂ ਜੀ ਨੇ ਆਪਣੇ ਚਰਨ ਬਾਹਰ ਕਰ ਦਿੱਤੇ ਨੇ ਚਾਦਰੇ ਤੋਂ। ਜਿਨ ਕੋ ਮੁਨ ਜਨ ਧਿਆਨ ਧਰਤ ਹੈ। ਗੁਰੂ ਕੇ ਸਿੱਖੋ, ਜਿਨ੍ਹਾਂ ਚਰਨਾਂ ਦਾ ਧਿਆਨ ਮੁਨੀ ਜਨ ਧਾਰਨ ਕਰਦੇ ਹਨ ਅਤੇ ਇਸੇ ਹੀ ਇਤਿਹਾਸ ਦੀ ਕਥਾ ਦੇ ਵਿੱਚ ਸਤਿਗੁਰੂ ਜੀ ਦੇ ਚਰਨਾਂ ਦਾ ਮੰਗਲ ਕਰਦਿਆਂ ਹੋਇਆਂ ਜੋ ਕਵੀ ਭਾਈ ਸੰਤੋਖ ਸਿੰਘ ਜੀ ਨੇ ਬਚਨ ਕਹੇ ਹਨ ਕਿ ਕਉ ਕਵ ਉਪਮਾ ਸੋ ਦੇਤ ਪਾਰ ਜਾਤ ਪਗ, ਕਉ ਕਹੈ ਗੁਰੂ ਪਗ ਕਮਲ ਅਮਲ ਹੈ, ਜੋ ਪਾਰ ਜਾਤ ਨਾ ਚਿਤਨ ਗਤ ਦਾਨ ਨਾਹੀ, ਕਮਲ ਅਮਲ ਰਹਿਣ ਬਿਖੈ ਮੁਖ ਮਿਲ ਹੈ। ਇਸ ਕਰਕੇ ਸਤਿਗੁਰੂ ਜੀ ਦੇ ਜਿਹੜੇ ਚਰਨ ਨੇ ਨਾ, ਉਹ ਚਰਨ ਹੀ ਹਨ। ਸਤਿਗੁਰੂ ਜੀ ਦੇ ਚਰਨਾਂ ਦੀ ਮਹਿਮਾ ਉਚਾਰਨ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਨੂੰ ਮੁਨੀ ਜਨ ਲੱਭਦੇ ਫਿਰਦੇ ਹਨ। ਐਸੇ ਚਰਨਾਂ ਦੀ ਸੋਭਾ ਬੜੀ ਮਹਾਨ ਹੈ। ਜਿਨ੍ਹਾਂ ਸਿੱਖਾਂ ਨੇ ਗੁਰੂ ਕੇ ਚਰਨਾਂ ਦਾ ਆਨੰਦ ਮਾਣਿਆ, ਉਹ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਚਰਨ ਕਮਲ ਕੀ ਮੌਜ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਐਸੇ ਹਨ ਸਤਿਗੁਰੂ ਜੀ ਦੇ ਚਰਨ, ਜਿਨ੍ਹਾਂ ਨੇ ਆਨੰਦ ਮਾਣਿਆ ਉਹ ਹੀ ਜਾਣਦੇ ਨੇ। ਸੁਰ ਸੁਰਿੰਦ ਜਿਹ ਨਮੋ ਕਰਤ ਹੈ। ਹਾਂਜੀ, ਸੁਰ ਦੇਵਤੇ ਅਤੇ ਮਨੁੱਖ, ਸ੍ਰੇਸ਼ਟ ਮਨੁੱਖ ਵੀ ਜਿਨ੍ਹਾਂ ਨੂੰ ਨਮਸਕਾਰਾਂ ਕਰਦੇ ਨੇ। ਸਿੱਖ ਸੇਵਕ ਜਿਹੇ ਅਨੇਕ ਉਧਾਰੇ। ਹਾਂਜੀ, ਜਿਨ੍ਹਾਂ ਚਰਨਾਂ ਦੀ ਕਿਰਪਾ ਦੇ ਨਾਲ ਸਿੱਖ ਸੇਵਕ ਅਨੇਕਾਂ ਦਾ ਹੀ ਉਧਾਰ ਹੋ ਗਿਆ। ਅਸੀਂ ਵੀ ਗੁਰੂ ਕੇ ਚਰਨਾਂ ਦੇ ਨਾਲ ਪ੍ਰੇਮ ਦੇ ਸਹਿਤ ਲਪਟ ਜਾਈਏ, ਸਾਡਾ ਵੀ ਉਧਾਰ ਕਰਨਗੇ ਸਤਿਗੁਰੂ ਜੀ। ਕਬ ਤਿਨ ਪਰ ਜਾਵਤ ਬਲਿਹਾਰੇ। ਕਵੀ ਜੀ ਕਹਿੰਦੇ ਨੇ ਕਿ ਗੁਰੂ ਕੇ ਸਿੱਖੋ, ਐਸੇ ਮਹਾਨ ਚਰਨਾਂ ਦੇ ਉੱਪਰੋਂ ਮੈਂ ਬਲਿਹਾਰ ਜਾਂਦਾ, ਵਾਰਨੇ ਬਲਿਹਾਰਨੇ ਸਦਕੇ ਜਾਂਦਾ ਹਾਂ। ਦੋਹਰਾ ਮਗਨ ਪ੍ਰੇਮ ਮੈਂ ਹੋਏ ਕਰ, ਤਬੈ ਉਚਾਰੇ ਖਾਨ। ਹਾਂਜੀ, ਉਬਾਰੇ ਖਾਨ ਨੇ ਤੋਂ ਗੁਰੂ ਕੇ ਸਿੱਖੋ ਪ੍ਰੇਮ ਦੇ ਵਿੱਚ ਨਿਮਗਨ ਹੋ ਕੇ, ਪ੍ਰੇਮ ਦੇ ਵਿੱਚ ਭਿੱਜ ਕੇ ਉਬਾਰੇ ਖਾਨ ਨੇ ਜਦੋਂ ਸਤਿਗੁਰੂ ਜੀ ਦੇ ਚਰਨਾਂ ਦੇ ਦਰਸ਼ਨ ਕੀਤੇ, ਇੰਨਾ ਪ੍ਰੇਮ ਦੇ ਵਿੱਚ ਮਸਤ ਹੋ ਗਿਆ ਕਿ ਸਤਿਗੁਰੂ ਜੀ ਦੇ ਚਰਨਾਂ ਨੂੰ ਮੁੱਖ ਲਾ ਦਿੱਤਾ ਹੈ। ਸਿਰ ਧਰ ਜਾਣਿਓ ਸਫਲ ਨਿਜ, ਚਰਨ ਗਹੇ ਨਿਜ ਪਾਨ। ਆਪਣੇ ਹੱਥਾਂ ਦੇ ਨਾਲ ਸਤਿਗੁਰੂ ਜੀ ਦੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਨੂੰ ਫੜ ਕੇ ਅਤੇ ਆਪਣੇ ਸਿਰ ਦੇ ਨਾਲ ਲਾ ਲਿਆ। ਸਤਿਗੁਰੂ ਜੀ ਦੇ ਚਰਨਾਂ ਨੂੰ ਚੁੰਮਣ ਲੱਗ ਪਿਆ ਹੈ ਉਬਾਰੇ ਖਾਨ। ਚੌਪਈ ਲੋਚਨ ਮੁਖ ਪਰ ਨਿਜ ਕਰ ਦੋ। ਹਾਂਜੀ, ਆਪਣੇ ਮੁਖ ਦੇ ਨਾਲ, ਆਪਣੀ ਜ਼ੁਬਾਨ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਨੂੰ ਚੁੰਮਣ ਲੱਗਾ, ਚੱਟਣ ਲੱਗ ਪਿਆ ਹੈ। ਫੇਰਤ ਭਾ ਹਰਖਤ ਔਰ ਸੋ। ਸਤਿਗੁਰੂ ਜੀ ਦੇ ਚਰਨਾਂ ਦੀ ਧੂੜ, ਚਰਨਾਂ ਨੂੰ ਸਾਫ਼ ਕਰਕੇ ਆਪਣੇ ਹੱਥਾਂ ਦੇ ਨਾਲ
ਤੇ ਉਹ ਧੂੜ ਆਪਣੇ ਮੁਖ ਨੂੰ ਲਾਉਂਦਾ ਹੈ। ਉਬਾਰੇ ਖਾਨ ਬਾਰ ਬਾਰ ਜੁਗ ਚੂਮਨ ਕਰਹੀ, ਵਾਰ-ਵਾਰ ਦੋਨੇ ਹੀ ਚਰਨਾਂ ਨੂੰ ਚੁੰਮਣ ਕਰਦਾ ਹੈ। ਮਨ ਹੋ ਮਹਾ ਮੋਹ ਕੋ ਦਰਹੀ, ਮਾਨੋ ਕਿ ਉਬਾਰੇ ਖਾਨ ਆਪਣੇ ਹਿਰਦੇ ਦੇ ਵਿੱਚੋਂ ਮੋਹ ਨੂੰ ਖਤਮ ਕਰ ਰਿਹਾ ਹੈ। ਸਤਿਗੁਰੂ ਜੀ ਦੇ ਚਰਨਾਂ ਦੀ ਜੋ ਖਿਦਮਤ ਕਰਕੇ, ਸੇਵਾ ਕਰਕੇ। ਨਿਜ ਸਰੂਪ ਕੀ ਲਖਤਾ ਹੋਈ, ਤੋ ਗੁਰੂ ਕੇ ਸਿੱਖੋ ਇਹਨੇ ਪ੍ਰੇਮ ਦੇ ਵਿੱਚ ਭਿੱਜ ਕੇ ਉਬਾਰੇ ਖਾਨ ਨੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤੀ, ਸਤਿਗੁਰੂ ਜੀ ਦੇ ਚਰਨਾਂ ਨੂੰ ਚੁੰਮਣ ਕੀਤਾ ਕਿ ਉਬਾਰੇ ਖਾਨ ਦੇ ਕਪਾਟ ਖੁੱਲ ਗਏ ਨੇ। ਜੋ ਉਬਾਰੇ ਖਾਨ ਦੇ ਹਿਰਦੇ ਦੇ ਵਿੱਚ ਐਸੀ ਕਿਰਪਾ ਹੋ ਆਈ ਹੈ ਕਿ ਉਬਾਰੇ ਖਾਨ ਦੇ ਕਪਾਟ ਖੁੱਲ ਗਏ। ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ। ਚਰਨਾਂ ਦੇ ਪ੍ਰੇਮ ਦੇ ਵਿੱਚ ਜਿਹੜਾ ਮੋਹ ਹੈ ਨਾ ਉਹ ਕੱਟ ਲਿਆ ਹੈ। ਚਰਨਾਂ ਦੇ ਪ੍ਰੇਮ ਦੇ ਵਿੱਚ ਮੋਹ ਦੂਰ ਕਰ ਲਿਆ ਤੇ ਜਿਹੜੀ ਉਹਦੀ ਕੀਤੀ ਹੋਈ ਤਪੱਸਿਆ ਸੀ ਨਾ ਉਹ ਸਫਲੀ ਹੋ ਗਈ। ਮੋਹ ਤੋਂ ਰਹਿਤ ਹੋ ਗਿਆ, ਮੋਹ ਕੱਟਿਆ ਗਿਆ। ਭਰਮੇ ਕੇ ਛੌੜ ਕੱਟ ਕੇ ਅੰਤਰ ਜੋਤ ਤ੍ਰਿਹੋ, ਭਰਮ ਦੇ ਕਪਾਟ ਖੁੱਲ ਗਏ ਨੇ। ਆਸ ਅੰਦੇਸਾ ਦੋਏ ਪਟ ਚੜੇ ਜੜੇ, ਆਸ ਅੰਦੇਸਾ ਦੇ ਮੋਹ ਦਾ ਜਿਹੜਾ ਭਰਮ ਸੀ ਉਹ ਦੂਰ ਹੋ ਗਿਆ। ਆਸ ਅੰਦੇਸਾ ਦੇ ਦੋਵੇਂ ਜਿਹੜੇ ਦਰਵਾਜ਼ੇ ਸਨ ਉਹ ਖੁੱਲ ਗਏ ਤੇ ਉਬਾਰੇ ਖਾਂ ਦੇ ਹਿਰਦੇ ਦੇ ਵਿੱਚ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ। ਸਤਿਗੁਰੂ ਜੀ ਦੇ ਚਰਨ ਚੁੰਮਣ ਦੀ ਹੀ ਦੇਰ ਸੀ, ਸਤਿਗੁਰੂ ਜੀ ਦੇ ਚਰਨਾਂ ਦੀ ਧੂੜੀ ਲਾਉਣ ਦੀ ਹੀ ਦੇਰ ਸੀ ਮੱਥੇ ਨੂੰ, ਕਿ ਉਹਦੇ ਮੱਥੇ ਦੀ ਰੇਖਾ ਦਾ ਜਿਹੜਾ ਬੰਦ ਬੂਹਾ ਸੀ ਉਹ ਖੁੱਲ ਗਿਆ। ਕਹਿਣ ਤੋਂ ਭਾਵ ਕਿ ਉਬਾਰੇ ਖਾਂ ਦੇ ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਜੀ ਦੇ ਨਾਮ ਦੀ ਆਵਾਜ਼ ਆਉਣ ਲੱਗ ਪਈ। ਅਨਹਦ ਵਾਜੇ ਵੱਜੇ ਅਤੇ ਜਰਰੇ ਜਰਰੇ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਣ ਲੱਗ ਪਏ। ਪੱਤੇ ਪੱਤੇ ਦੇ ਵਿੱਚੋਂ ਸਤਿਗੁਰੂ ਜੀ ਦੇ ਦਰਸ਼ਨ ਹੋਣ ਲੱਗੇ ਅਤੇ ਜੋ ਵੀ ਆਵਾਜ਼ਾਂ ਆਉਂਦੀਆਂ ਉਹ ਵਾਹਿਗੁਰੂ ਵਾਹਿਗੁਰੂ ਜੀ ਦੇ ਨਾਮ ਦੀ ਆਵਾਜ਼ ਆਉਣ ਲੱਗੀ ਹੈ। ਐਸੀ ਕਿਰਪਾ ਕਰ ਦਿੱਤੀ ਹੈ ਉਬਾਰੇ ਖਾਂ ਦੇ ਉੱਪਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ। ਨਾਸਿਓ ਤੋ ਭਰਮ ਉਰਜੋਈ, ਜਿਹੜਾ ਹਿਰਦੇ ਦੇ ਵਿੱਚ ਭਰਮ ਸੀ ਨਾ ਉਹ ਨਾਸ ਹੋ ਗਿਆ, ਖਤਮ ਹੋ ਗਿਆ। ਧਰ ਕੇ ਸ਼ਰਧਾ ਭਇਓ ਨਿਹਾਲਾ, ਸਤਿਗੁਰੂ ਜੀ ਦੇ ਪਾਵਨ ਚਰਨਾਂ ਦੇ ਉੱਪਰ ਸ਼ਰਧਾ ਧਾਰਨ ਕਰਕੇ ਨਦਰੀ ਨਦਰ ਨਿਹਾਲ ਹੋ ਗਿਆ ਹੈ ਉਬਾਰੇ ਖਾਨ। ਭਾਵ ਬੰਧਨ ਛੂਟੇ ਜਮ ਜਾਲਾ, ਜੋ ਸੰਸਾਰਕ ਬੰਧਨ ਸਨ, ਜਨਮ ਮਰਨ ਦੇ ਜਿਹੜੇ ਬੰਧਨ ਸਨ ਉਹ ਟੁੱਟ ਗਏ ਨੇ, ਖਤਮ ਹੋ ਗਏ। ਭੁਜੰਗ ਛੰਦ ਘਟੀ ਚਾਰ ਬੈਸਿਓ ਕਹੈ ਯਉ ਬਾਰਾ, ਚਾਰ ਕੁ ਘੜੀਆਂ ਬੈਠਿਆ ਤੇ ਉਬਾਰੇ ਖਾਨ ਕਹਿਣ ਲੱਗਾ, ਭਇਓ ਆਜ ਮੋਕੋ ਮੁਕੰਦੰ ਦੇ ਦਾਰਾ, ਕਹਿਣ ਲੱਗਾ ਕਿ ਮੈਨੂੰ ਮੁਕਤੀ ਦਾ ਤੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਦੀਦਾਰ ਹੋ ਗਿਆ। ਇਹਨਾਂ ਦੀਦਿਆਂ ਦੇ ਨਾਲ ਮੈਂ ਮੁਕਤੀ ਦਾਤਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਦੇ ਦੀਦਾਰ ਕਰ ਲਏ ਨੇ। ਹਿਰਦੇ ਸ਼ਾਂਤ ਪਾਈ ਗਇਓ ਮੋਹ ਦੂਰੰ, ਹਿਰਦੇ ਦੇ ਵਿੱਚ ਸ਼ਾਂਤੀ ਹੋ ਆਈ ਹੈ, ਮੋਹ ਮੇਰਾ ਦੂਰ ਹੋ ਗਿਆ, ਭਰਮ ਦੂਰ ਨਿਕਲ ਗਿਆ ਹੈ ਮੇਰੇ ਹਿਰਦੇ ਦੇ ਵਿੱਚੋਂ। ਦੁਖੰ ਨਾਸ਼ਕਾਰੀ ਤੁਹੀ ਰੂਪ ਰੂਰੰ, ਹੇ ਸਤਿਗੁਰੂ ਜੀਓ ਆਪ ਦੁੱਖਾਂ ਨੂੰ ਨਾਸ ਕਰਨ ਵਾਲੇ ਹੋ ਅਤੇ ਆਪ ਜੀ ਦਾ ਜਿਹੜਾ ਰੂਪ ਹੈ ਨਾ ਰੂਰੰ ਭਾਵ ਕੇ ਸੁੰਦਰ ਹੈ, ਸੋਹਣਾ ਰੂਪ ਹੈ ਆਪ ਜੀ ਦਾ। ਸਵਈਆ ਆਇਸ ਦੇਹੋ ਅਬੈ ਮੁਝ ਕੋ, ਨਿਜ ਧਾਮ ਕੋ ਜਾਏ ਬਹੋਰ ਸੋ ਆਊਂ। ਹੇ ਸਤਿਗੁਰੂ ਜੀਓ ਕਿਰਪਾ ਕਰਕੇ ਮੈਨੂੰ ਆਗਿਆ ਦਿਓ, ਮੈਂ ਆਪਣੇ ਘਰ ਜਾ ਕੇ ਤੇ ਫੇਰ ਵਾਪਸ ਆ ਜਾਵਾਂ ਆਪ ਜੀ ਦੇ ਚਰਨਾਂ ਦੇ ਵਿੱਚ, ਕਿਉਂਕਿ ਆਪ ਜੀ ਦੇ ਚਰਨਾਂ ਦੇ ਨਾਲ ਬਹੁਤਾ ਜ਼ਿਆਦਾ ਪਿਆਰ ਹੋ ਗਿਆ ਹੈ। ਆਪ ਜੀ ਨੇ ਹੀ ਕਿਰਪਾ ਕੀਤੀ, ਮੇਰੀ ਬੁੱਧੀ ਰੂਪ ਬਾਹ ਫੜ ਕੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ, ਨਾਮ ਦੀ ਦਾਤ ਦੇ ਦਿੱਤੀ ਹੈ। ਦੀਨ ਦਇਆਲ ਕਰੋ ਕਰਨਾ ਔਰ ਰਾਵਰ ਧਿਆਨ ਨਹੀਂ ਬਿਸਰਾਉ। ਹੇ ਸਤਿਗੁਰੂ ਜੀਓ ਦੀਨ ਦਇਆਲ ਚੋਜੀ ਪ੍ਰੀਤਮ ਸਤਿਗੁਰੂ ਜੀਓ ਮੇਰੇ ਉੱਪਰ ਕਿਰਪਾ ਕਰੋ, ਮੇਰੇ ਹਿਰਦੇ ਦੇ ਵਿੱਚੋਂ ਆਪ ਜੀ ਦੇ ਜਿਹੜੇ ਚਰਨਾਂ ਦਾ ਧਿਆਨ ਹੈ ਨਾ ਉਹ ਕਦੇ ਵੀ ਵਿਸਰੇ ਨਾ, ਭੁੱਲੇ ਨਾ। ਆਪ ਜੀ ਦੇ ਚਰਨ ਨਾਮ ਰੂਪ ਚਰਨ ਹਿਰਦੇ ਦੇ ਵਿੱਚ ਧਾਰਨ ਕਰਾਂ, ਵਿਸਰ ਨਾ ਹੀ ਦਾਤਾਰ। ਆਪਣਾ ਨਾਮ ਦੇਹੋ
ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਇਹ ਮੇਰੇ ਉੱਪਰ ਕਿਰਪਾ ਕਰਨਾ ਕਰੋ ਜੀ। ਹੋ ਜਗ ਕੇ ਕਰਤਾ ਹਰਤਾ, ਨਿਜ ਨਾਮ ਦਿਜੈ ਗਰ ਭੂਖਨ ਪਾਉ। ਹੇ ਸਤਿਗੁਰੂ ਜੀਓ, ਸਾਰੇ ਜਗਤ ਨੂੰ ਪੈਦਾ ਕਰਨ ਵਾਲੇ ਹੋ, ਸਾਰੇ ਜਗਤ ਨੂੰ ਨਾਸ ਕਰਨ ਵਾਲੇ ਹੋ, ਆਪਣੇ ਨਾਮ ਦਾ ਗਹਿਣਾ ਦੇ ਦਿਓ ਜੀ। ਨਾਮ ਰੂਪ ਗਹਿਣਾ ਮੈਂ ਆਪਣੇ ਗਲੇ ਦੇ ਵਿੱਚ ਧਾਰਨ ਕਰ ਲੈਣਾ ਕਰਾਂ। ਦੇਖ ਦਿਦਾਰ ਨਿਹਾਲ ਭਇਓ ਅਬ, ਲਿਏ ਰਜਾਏ ਬਿਨਾ ਨ ਸਿਧਾਉ। ਹੇ ਸਤਿਗੁਰੂ ਜੀਓ, ਆਪ ਜੀ ਦੇ ਦੀਦਾਰ ਕਰਕੇ ਮੈਂ ਨਦਰੀ ਨਦਰ ਨਿਹਾਲ ਹੋ ਗਿਆ। ਹੁਣ ਆਪ ਜੀ ਦੀ ਆਗਿਆ ਤੋਂ ਬਿਨਾ ਮੈਂ ਘਰ ਨੂੰ ਨਹੀਂ ਜਾਵਾਂਗਾ। ਭੁਜੰਗ ਪ੍ਰਿਆਤ ਛੰਦ, ਗੁਰੂ ਜੀ ਕਹਿਓ ਤਿਆਰ ਹੋਇਓ ਆਹਾਰਾ। ਸਤਿਗੁਰੂ ਜੀ ਕਹਿਣ ਲੱਗੇ ਕਿ ਉਬਾਰੇ ਖਾਨ ਭੋਜਨ ਤਿਆਰ ਹੋ ਗਿਆ ਗੁਰੂ ਕੇ ਲੰਗਰ ਦੇ ਵਿੱਚ। ਕਰੋ ਖਾਵਨੋ ਫਿਰ ਜਈਐ ਉਬਾਰਾ। ਉਬਾਰੇ ਖਾਨ ਪਹਿਲਾਂ ਭੋਜਨ ਛਕ ਤੇ ਫੇਰ ਜਾਣਾ ਕਰੀ ਆਪਣੇ ਘਰ ਨੂੰ। ਨਿਰੰਕਾਰ ਕੀਨੀ ਦਇਆ ਤੋਰ ਹੂੰ ਪੈ। ਹੇ ਉਬਾਰੇ ਖਾਨ, ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਤੇਰੇ ਉੱਪਰ ਦਇਆ ਕੀਤੀ ਹੈ। ਇਹ ਸਤਿਗੁਰੂ ਜੀ ਦੀ ਨਿਮਰਤਾ ਹੈ। ਨਿਰੰਕਾਰ ਦੇ ਸਰੂਪ ਆਪ ਹੀ ਹਨ ਚੋਜੀ ਪ੍ਰੀਤਮ ਸਤਿਗੁਰੂ ਜੀ। ਫਿਰ ਵੀ ਨਿਮਰਤਾ ਦੇ ਸਹਿਤ ਕਹਿ ਰਹੇ ਨੇ ਕਿ ਉਬਾਰੇ ਖਾਨ, ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਤੇਰੇ ਉੱਪਰ ਬੜੀ ਦਇਆ ਕੀਤੀ ਹੈ। ਬੰਦਿਓ ਬੰਦ ਛੂਟਿਓ ਤਰਿਓ ਮੋਹ ਹੂੰ ਪੈ। ਹਾਂਜੀ, ਜਿਹੜੇ ਬੰਧਨਾਂ ਦੇ ਵਿੱਚ ਬੱਝਿਆ ਹੋਇਆ ਸੀ ਨਾ, ਉਹਦੇ ਤੋਂ, ਉਹਨਾਂ ਬੰਧਨਾਂ ਤੋਂ ਤੇਰਾ ਛੁਟਕਾਰਾ ਹੋ ਗਿਆ ਏ ਤੇ ਮੋਹ ਰੂਪ ਨਦੀ ਨੂੰ ਤਰ ਕੇ ਪਾਰ ਹੋ ਗਿਆ ਏ ਤੂੰ। ਤੇਰਾ ਪਾਰ ਉਤਾਰਾ ਹੋ ਗਿਆ। ਦੋਹਰਾ ਕਹੇ ਉਬਾਰਾ ਤਪਾ ਜੀ, ਜਿਹ ਤਿਹ ਸਰਬ ਆਹਾਰ। ਉਬਾਰੇ ਖਾਨ ਕਹਿਣ ਲੱਗਾ ਕਿ ਹੇ ਸਤਿਗੁਰੂ ਜੀਓ, ਇੱਥੇ ਅਤੇ ਉੱਥੇ ਭਾਵ ਕਿ ਆਪ ਜੀ ਦੇ ਲੰਗਰਾਂ ਦੇ ਵਿੱਚ ਅਤੇ ਘਰ ਦੇ ਵਿੱਚ ਜਿਹੜਾ ਭੋਜਨ ਹੈ। ਜਾਚਕ ਜਗ ਜਾਚੈ ਸਰਬ, ਏਕ ਤੁਹੀ ਦਾਤਾਰ। ਹੇ ਸਤਿਗੁਰੂ ਜੀਓ, ਇੱਥੇ ਉੱਥੇ ਘਰ ਦੇ ਵਿੱਚ ਅਤੇ ਆਪ ਜੀ ਦੇ ਦਰ ਦੇ ਉੱਪਰ ਜਿਹੜਾ ਭੋਜਨ ਹੈ ਨਾ, ਇਹ ਆਪ ਜੀ ਦਾ ਹੀ ਬਖਸ਼ਿਆ ਹੋਇਆ ਹੈ। ਤੇ ਹਾਂਜੀ, ਫੇਰ ਦੁਬਾਰਾ ਉਹ ਹੀ ਪੰਕਤੀ। ਜਾਚਕ ਜਗ ਜਾਚੈ ਸਰਬ, ਏਕ ਤੁਹੀ ਦਾਤਾਰ। ਹੇ ਸਤਿਗੁਰੂ ਜੀਓ, ਇੱਥੇ ਉੱਥੇ ਘਰ-ਬਾਰ ਆਪ ਜੀ ਦਾ ਹੀ ਭਰੋਸਾ ਤੇ ਆਪ ਜੀ ਦਾ ਬਖਸ਼ਿਆ ਹੋਇਆ ਭੋਜਨ ਹੈ। ਸਾਰੇ ਪਦਾਰਥ ਆਪ ਜੀ ਦੇ ਬਖਸ਼ੇ ਨੇ। ਇਹ ਸਤਿਗੁਰੂ ਜੀਓ, ਸਾਰੇ ਜੀਵਾਂ ਦੀ ਪ੍ਰਤਪਾਲਨਾ ਆਪ ਕਰਨ ਵਾਲੇ ਹੋ। ਸਾਰੇ ਜੀਵਾਂ ਨੂੰ ਰੋਜੀ ਰੋਟੀ ਦੇਣ ਵਾਲੇ ਆਪ ਹੋ। ਤੁਹਾਡੇ ਤੋਂ ਬਿਨਾਂ ਜਗਤ ਦੇ ਉੱਪਰ ਕੋਈ ਵੀ ਨਹੀਂ ਹੈ ਜੀਵਾਂ ਦੀ ਪ੍ਰਤਿਪਾਲਨਾ ਕਰਨ ਵਾਲਾ। ਟੋਟਕ ਛੰਦ ਜਬ ਆਇਸ, ਦੇਹ ਚੱਲੈ ਸਦਨਾ। ਹੇ ਸਤਿਗੁਰੂ ਜੀਓ, ਜਦੋਂ ਆਗਿਆ ਦਿਓਗੇ ਉਸ ਸਮੇਂ ਹੀ ਮੈਂ ਘਰ ਨੂੰ ਜਾਵਾਂਗਾ। ਪੁਨ ਤੂਰਨ ਆਨ ਪਿਖੋ ਬਦਨਾ। ਫਿਰ ਦੁਬਾਰਾ ਆ ਕੇ ਆਪ ਜੀ ਦੇ ਦਰਸ਼ਨ ਆ ਕੇ ਦੇਖਾਂਗਾ। ਕਹਿ ਲੀਨ ਖੁਸ਼ੀ ਨਿਜ ਧਾਮ ਗਇਓ। ਸਤਿਗੁਰੂ ਜੀ ਦੇ ਬਚਨ ਮੰਨ ਕੇ ਲੰਗਰ ਪ੍ਰਸ਼ਾਦਾ ਛਕ ਕੇ ਸਤਿਗੁਰੂ ਜੀ ਦੇ ਖੁਸ਼ੇ ਲੈ ਲਏ ਨੇ। ਖੁਸ਼ੀ ਲੈ ਕੇ ਆਗਿਆ ਲੈ ਕੇ ਆਪਣੇ ਘਰ ਨੂੰ ਚਲਾ ਗਿਆ। ਔਰ ਸ੍ਰੀ ਗੁਰ ਕੋ ਜਸ ਧਾਰ ਲਿਓ। ਹਿਰਦੇ ਦੇ ਵਿੱਚ ਸਤਿਗੁਰੂ ਜੀ ਦਾ ਜਸ ਪੱਕੇ ਤੌਰ ਤੇ ਸਦਾ ਵਾਸਤੇ ਧਾਰਨ ਕਰ ਲਿਆ। ਸਵਈਆ ਏਕ ਫਕੀਰ ਸੋ ਅਦਰਹਮਾਨ ਮਿਲਿਓ, ਤਿਹ ਕੋ ਤਬ ਜਾਏ ਉਬਾਰਾ। ਇੱਕ ਫਕੀਰ ਦਾ ਨਾਮ ਇਤਿਹਾਸ ਦੇ ਵਿੱਚ ਅਬਦੁਰਹਿਮਾਨ ਆਇਆ, ਅਬਦੁਲ ਰਹਿਮਾਨ ਵੀ ਆਇਆ ਉਹਦਾ ਨਾਮ ਇਤਿਹਾਸ ਦੇ ਵਿੱਚ। ਉਹ ਜਿਹੜਾ ਫਕੀਰ ਹੈ ਨਾ, ਉਹ ਉਬਾਰੇ ਖਾਨ ਨੂੰ ਮਿਲਿਆ ਰਸਤੇ ਦੇ ਵਿੱਚ। ਹੈ ਜਿਸ ਕੀ ਜਗ ਮੈਂ ਮਨਤਾ ਬਹੁ, ਜਾਏ ਸਮੀਪ ਸਲਾਮ ਉਚਾਰਾ। ਉਸ ਫਕੀਰ ਦੀ ਜਗਤ ਦੇ ਉੱਪਰ ਬਹੁਤ ਜ਼ਿਆਦੀ ਮਨਤਾ ਸੀ। ਉਬਾਰੇ ਖਾਨ ਨੇ ਜਾ ਕੇ ਉਹਨੂੰ ਸਲਾਮ ਕੀਤੀ। ਸ੍ਰੀ ਗੁਰ ਕੇ ਗੁਣ ਭਾਖਤ ਭਾਪਨ, ਬੀਚ ਕਲੀ ਪ੍ਰਗਟਿਓ ਅਵਤਾਰਾ। ਉਬਾਰੇ ਖਾਨ ਉਹ ਫਕੀਰ ਦੇ ਕੋਲ ਜਾ ਕੇ ਅਬਦੁਲ ਰਹਿਮਾਨ ਜਿਹੜਾ ਫਕੀਰ ਹੈ ਨਾ, ਅਬਦੁਰਹਿਮਾਨ ਜਿਹੜਾ ਫਕੀਰ ਹੈ, ਉਹਦੇ ਕੋਲ ਜਾ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਕਰਨ ਲੱਗਾ। ਉਬਾਰੇ ਖਾਨ ਕਹਿਣ ਲੱਗਾ ਕਿ ਫਕੀਰ ਜੀ, ਕਲਯੁਗ ਦੇ ਸਮੇਂ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ, ਨਾਨਕ ਨਾਮ ਰਖਾ ਕੇ ਉਹਨਾਂ ਨੇ ਜੋ
ਜਗਤ ਦੇ ਉੱਪਰ ਅਵਤਾਰ ਧਾਰਨ ਕੀਤਾ ਹੈ, ਜਗਤ ਦੇ ਉੱਪਰ ਪ੍ਰਗਟ ਨੇ। ਜਾਹੇ ਦਿਦਾਰ ਅਗੀ ਗਤ ਪਾਵਹਿ ਜੈਸੋ ਸੁਨਿਓ ਹਮ ਤੈਸੋ ਨਿਹਾਰਾ। ਜਿਨ੍ਹਾਂ ਦੇ ਦੀਦਾਰ ਕਰਕੇ ਵੱਡੇ ਵੱਡੇ ਪਾਪੀ ਮੁਕਤੀ ਪ੍ਰਾਪਤ ਕਰ ਲੈਂਦੇ ਨੇ, ਜੈਸੀ ਉਹਨਾਂ ਦੀ ਵਡਿਆਈ ਅਸੀਂ ਸੁਣੀ ਉਸੇ ਤਰ੍ਹਾਂ ਦੇ ਉਹਨਾਂ ਦੇ ਦਰਸ਼ਨ ਕਰ ਲਏ ਨੇ। ਤੋਟਕ ਛੰਦ ਸੁਨ ਕੇ ਗੁਣ ਸ਼ੇਖ ਸੋ ਕ੍ਰੋਧ ਭਇਓ। ਜਿਹੜਾ ਸੇਖ ਸੀ ਨਾ, ਉਹ ਸਤਿਗੁਰੂ ਜੀ ਦੇ ਗੁਣ, ਸਤਿਗੁਰੂ ਜੀ ਦੀ ਵਡਿਆਈ ਸੁਣ ਕੇ ਬਹੁਤੇ ਜ਼ਿਆਦੇ ਕ੍ਰੋਧ ਦੇ ਸਹਿਤ ਹੋਇਆ। ਜਸ ਸ੍ਰੀ ਗੁਰ ਬੰਨ ਤਪਾਏ ਦਇਓ। ਜਿਵੇਂ ਕਿ ਸਤਿਗੁਰੂ ਜੀ ਦੀ ਵਡਿਆਈ ਨੇ ਉਹਨੂੰ ਤਪਾ ਹੀ ਦਿੱਤਾ ਹੋਵੇ। ਕਹਿਣ ਤੋਂ ਭਾਵ ਕਿ ਸਤਿਗੁਰੂ ਜੀ ਦੀ ਵਡਿਆਈ ਸੁਣ ਕੇ ਉਹਨੂੰ ਅੱਗ ਹੀ ਲੱਗ ਗਈ ਹੋਵੇ। ਜਿਵੇਂ ਜਿਹੜੇ ਈਰਖਾਲੂ ਨੇ ਨਾ, ਉਹ ਦੂਜਿਆਂ ਦੀ ਵਡਿਆਈ ਸੁਣ ਨਹੀਂ ਸਕਦੇ। ਇਸੇ ਹੀ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਵਡਿਆਈ ਹੈ ਨਾ, ਵਡਿਆਈ ਸੁਣ ਕੇ ਉਹਦੇ ਮਨ ਦੇ ਵਿੱਚ ਮਾਨੋ ਕਿ ਅੱਗ ਹੀ ਲੱਗ ਗਈ ਹੈ, ਤਪ ਗਿਆ ਹੈ। ਗੁਰੂ ਕੀ ਵਡਿਆਈ ਸੁਣ ਕੇ, ਸਤਿਗੁਰੂ ਜੀ ਦੀ ਵਡਿਆਈ ਸੁਣ ਕੇ ਜਲ ਗਿਆ, ਸੜ ਗਿਆ। ਸਤਿਗੁਰੂ ਜੀ ਦੀ ਵਡਿਆਈ ਜਰ ਨਾ ਸਕਿਆ। ਬਿਰਹੀ ਜਿਵ ਜੋਨ ਦੁਖਾਤੁਰ ਕੋ। ਹਾਂਜੀ, ਜਿਵੇਂ ਬਿਰਹੀ ਜਿਹੜੀ ਬਿਰਹਣੀ ਇਸਤਰੀ ਹੋਵੇ ਤੇ ਉਹਨੂੰ ਜਿਵੇਂ ਦੁੱਖ ਹੁੰਦਾ ਹੈ, ਉਸੇ ਹੀ ਤਰ੍ਹਾਂ ਇਹਨੂੰ ਜੋ ਜਿਵੇਂ ਚਾਂਦਨੀ ਰਾਤ ਦੇ ਵਿੱਚ ਬਿਰਹਣੀ ਇਸਤਰੀ ਨੂੰ, ਵਿਛੋੜੇ ਵਾਲੀ ਨੂੰ ਦੁੱਖ ਹੁੰਦਾ ਹੈ, ਇਸੇ ਹੀ ਤਰ੍ਹਾਂ ਜੋ ਫਕੀਰ ਹੈ ਨਾ, ਸਤਿਗੁਰੂ ਜੀ ਦੀ ਵਡਿਆਈ ਸੁਣ ਕੇ ਦੁਖੀ ਹੋਇਆ। ਧਰ ਈਰਖ ਕੋ ਬਚ ਬੋਲਤ ਸੋ। ਈਰਖਾ ਧਾਰਨ ਕਰਕੇ ਹਿਰਦੇ ਦੇ ਵਿੱਚ ਤੇ ਐਸੇ ਬਚਨ ਬੋਲਣ ਲੱਗਾ ਹੈ। ਜਿਹੜਾ ਉਹ ਫਕੀਰ ਅਬਦੁਲ ਰਹਿਮਾਨ, ਜਿਹੜਾ ਕੱਲ ਦੇ ਪ੍ਰਸੰਗ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਫਕੀਰ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਣਗੇ, ਉਹਦੇ ਹਿਰਦੇ ਦੇ ਵਿੱਚੋਂ ਭਰਮ ਦੂਰ ਕਰਨਗੇ ਅਤੇ ਹੋਰ ਅਨੇਕਾਂ ਹੀ ਗੁਰੂ ਕੇ ਸਿੱਖਾਂ ਦੀ ਪਾਵਨ ਪਵਿੱਤਰ ਜਿਹੜੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਹੈ ਨਾ, ਉਹ ਅੱਗੇ ਅੱਗੇ ਆ ਰਹੀ ਹੈ। ਤੋ ਸਾਧ ਸੰਗਤ ਜੀਓ, ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਆਪਣੀ ਪਾਵਨ ਬਾਣੀ ਦੇ ਨਾਲ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਜੁੜ ਕੇ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ। ਆਪਣੇ ਜੀਵਨ ਨੂੰ ਜੇ ਉੱਚਾ ਸੁੱਚਾ ਬਣਾਉਣਾ ਹੈ, ਗੁਰੂ ਕੀ ਬਾਣੀ ਦਾ, ਇਤਿਹਾਸ ਦਾ ਗਿਆਨ ਪ੍ਰਾਪਤ ਕਰਨਾ ਹੈ, ਤੇ ਫਿਰ ਇਤਿਹਾਸ ਦੇ ਨਾਲ, ਗੁਰਬਾਣੀ ਦੇ ਨਾਲ ਜੁੜਨਾ ਅਤੀ ਜ਼ਰੂਰੀ ਹੈ। ਜਦੋਂ ਸੰਗਤ ਕਰਦੇ ਰਹੀਏ, ਭਾਵੇਂ ਅਸੀਂ ਸੰਸਾਰਕ ਪੱਖੋਂ ਬਹੁਤ ਜ਼ਿਆਦਾ ਪੜ੍ਹਾਈ ਕਰ ਲਈਏ ਆਪਣੇ ਆਪ ਦੇ ਵਿੱਚ ਬੈਠ ਕੇ, ਪਰ ਜੇ ਸੰਗਤ ਨਾ ਕਰੀਏ ਤੇ ਸੰਗਤ ਤੋਂ ਬਿਨਾਂ ਸੰਪੂਰਨ ਤੌਰ ਤੇ ਲਾਭ ਨਹੀਂ ਪ੍ਰਾਪਤ ਹੁੰਦਾ। ਜਦੋਂ ਸਤਿਗੁਰੂ ਜੀ ਦੀ ਚਰਨ ਸਰਨ ਦੇ ਵਿੱਚ, ਗੁਰੂ ਘਰ ਦੇ ਵਿੱਚ ਬੈਠ ਕੇ ਸੰਗਤ ਕਰੀਏ, ਇਕੱਠੇ ਬੈਠ ਕੇ ਗੁਰਬਾਣੀ ਦੀ ਵਿਚਾਰ, ਇਤਿਹਾਸ ਦੀ ਵਿਚਾਰ ਕਰੀਏ, ਤੇ ਫਿਰ ਸਾਨੂੰ ਬਹੁਤਾ ਜ਼ਿਆਦਾ ਲਾਭ ਪ੍ਰਾਪਤ ਹੁੰਦਾ ਹੈ। ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ, ਜੀਵਨ ਚੇਂਜ ਹੁੰਦਾ ਹੈ ਸੰਗਤ ਕਰਦਿਆਂ ਕਰਦਿਆਂ। ਆਪਣੇ ਆਪ ਦੇ ਵਿੱਚ ਭਾਵੇਂ ਕੋਈ ਅਨੇਕਾਂ ਕਿਤਾਬਾਂ ਗ੍ਰੰਥ ਪੜ੍ਹ ਲਵੇ, ਪਰ ਸੰਗਤ ਕਰਨ ਦੇ ਵਿੱਚ, ਸੰਗਤ ਕਰਨ ਦੇ ਨਾਲ ਸ੍ਰੇਸ਼ਟ ਗੁਣ ਪ੍ਰਾਪਤ ਹੁੰਦੇ ਹਨ। ਮੰਨ ਲਓ ਕਿ ਸੰਸਾਰਕ ਤੌਰ ਤੇ ਜੇ ਕਿਸੇ ਨੇ ਗ੍ਰੰਥ ਪੜ੍ਹ ਲਏ, ਪਰ ਗੁਰਮਤਿ ਦੇ ਲੱਛਣ ਨਹੀਂ ਆਏ, ਗੁਰਮਤਿ ਦੇ ਗੁਣ ਨਹੀਂ ਆਏ ਜੀਵਨ ਦੇ ਵਿੱਚ, ਤੇ ਫਿਰ ਬਹੁਤਾ ਜ਼ਿਆਦਾ ਵੱਡਾ ਲਾਭ ਪ੍ਰਾਪਤ ਨਹੀਂ ਹੋਣਾ। ਇਸ ਕਰਕੇ ਗੁਰਮਤਿ ਦੇ ਗੁਣ ਤਾਂ ਆਉਣਗੇ ਜੇ ਸੰਗਤ ਦੇ ਵਿੱਚ ਰਹੀਏ, ਸੇਵਾ ਸਿਮਰਨ ਕਰੀਏ, ਬੰਦਗੀ ਕਰੀਏ, ਕਥਾ ਕੀਰਤਨ ਸਰਵਣ ਕਰੀਏ। ਇਹ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਰਹੀਏ ਕਿ ਰੱਖ ਸੰਗਤ ਤੁਮ ਜੋ ਪਿਆਰੀ, ਆਪਣੀ ਪਿਆਰੀ ਸੰਗਤ ਦੇ ਵਿੱਚ ਹੀ ਰੱਖਣਾ ਕਰੋ ਜੀ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸੰਗਤ ਕਰਨੀ ਕਠਿਨ ਬਹੁਤ ਜ਼ਿਆਦੀ ਹੈ। ਦੁਨੀਆ ਦੇ ਧੰਦੇ, ਕਠਿਨ ਕਮਾਈਆਂ, ਬੰਦਾ ਦਿਨ ਰਾਤ ਕਰਦਾ ਫਿਰਦਾ ਹੈ, ਭੱਜਿਆ ਫਿਰਦਾ ਹੈ, ਡਾਲਰ ਕਮਾਉਣ ਵਾਸਤੇ ਮਰਦਾ ਫਿਰਦਾ ਹੈ, ਪਰ ਸੰਗਤ ਕਰਨ ਵਾਲੇ ਥੋੜ੍ਹੇ ਗੁਰਮੁਖ ਨੇ, ਜਿਨ੍ਹਾਂ ਦੀ ਬੁੱਧੀ ਰੂਪ ਬਾਂਹ ਫੜ ਕੇ ਸਤਿਗੁਰੂ ਜੀ ਲੈ ਆਉਂਦੇ ਨੇ ਸੰਗਤ ਦੇ ਵਿੱਚ।
ਉਹ ਗੁਰਮੁਖ ਮਾਈ ਭਾਈ ਗੁਰਮੁਖ ਜਨ ਆਉਂਦੇ ਨੇ ਗੁਰੂ ਕੀ ਸੰਗਤ ਦੇ ਵਿੱਚ। ਅਸੀਂ ਜਾਣੀਏ ਕਿ ਵੱਡੇ ਭਾਗ ਨੇ। ਇਹ ਜਿਹੜੇ ਡਾਲਰ ਧਨ ਦੌਲਤ ਕਮਾਈ ਹੈ ਜਿਹੜੀ, ਉਹ ਤਾਂ ਕੋਈ ਖੋ ਸਕਦਾ ਹੈ, ਉਹ ਤਾਂ ਕੋਈ ਚੋਰੀ ਕਰ ਸਕਦਾ ਹੈ, ਉਹ ਤਾਂ ਨਾਸ ਹੋ ਸਕਦੇ ਨੇ। ਬੈਂਕ ਦੇ ਵਿੱਚੋਂ ਕੋਈ ਚੋਰ ਠੱਗ ਡਾਕੂ ਕਢਾ ਸਕਦਾ ਹੈ। ਅਨੇਕਾਂ ਤਰ੍ਹਾਂ ਦੇ ਤਜਰਬੇ ਨੇ। ਮਾਇਆ ਖਤਮ ਹੋ ਸਕਦੀ ਹੈ, ਪਰ ਜਿਹੜੇ ਭਗਤੀ ਰੂਪ ਧਨ ਹੈ ਨਾ, ਜਿਹੜਾ ਭਗਤੀ ਰੂਪ ਮਾਇਆ ਹੈ ਜਿਹੜੀ, ਉਹ ਨਹੀਂ ਕੋਈ ਵੀ ਖੋ ਸਕਦਾ। ਇਹ ਸਾਡੇ ਨਾਲ ਜਾਵੇਗੀ ਤੇ ਉਹਦਾ ਕਰਕੇ ਹੀ ਸੰਸਾਰਕ ਸੁੱਖ, ਅਧਿਆਤਮਕ ਸੁੱਖ, ਲੋਕ ਪਰਲੋਕ ਦੇ ਸੁੱਖ ਪ੍ਰਾਪਤ ਹੋਣਗੇ ਪਰਮਾਤਮਾ ਦੀ ਭਗਤੀ ਕਰਕੇ। ਇਸ ਕਰਕੇ ਸਤਿਗੁਰੂ ਜੀ ਨੇ ਮਾਰੂ ਰਾਗ ਦੇ ਵਿੱਚ ਬਚਨ ਕੀਤੇ ਕਿ ਭਗਤੀ ਤੋਕਤ ਦੀਨ ਕਿਰਪਾਲਾ, ਗੁਣ ਹੈ ਨਾ ਕਿਤਹੀ ਹੈ ਪਿਗਾ। ਸੰਸਾਰਕ ਗੁਣਾਂ ਦੇ ਨਾਲ ਭਿੱਜਦਾ ਨਹੀਂ ਹੂੰ, ਪ੍ਰਸੰਨ ਨਹੀਂ ਹੁੰਦਾ, ਭਗਤੀ ਦੇ ਅਧੀਨ ਹੈ ਉਹ ਪ੍ਰਮਾਤਮਾ ਵਾਹਿਗੁਰੂ। ਜੇ ਪ੍ਰਮਾਤਮਾ ਦੀ ਖੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਗੁਰੂ ਕੀ ਸੰਗਤ ਕਰਦੇ ਰਹੀਏ। ਸੰਗਤ ਦੇ ਵਿੱਚ ਇੱਕ ਦੂ ਇੱਕ ਚੜ੍ਹੰਦੀ ਆ, ਕੌਣ ਜਾਣੈ ਮੇਰਾ ਨਾਉ ਜੀਓ। ਚੜ੍ਹਦੀ ਤੋਂ ਚੜ੍ਹਦੀ ਵਾਲਾ ਕਲਾ ਵਾਲੇ, ਉੱਚੀ ਸੁੱਚੀ ਅਵਸਥਾ ਵਾਲੇ ਗੁਰਮੁਖ ਜਨ ਮਿਲਦੇ ਨੇ। ਫਿਰ ਹੰਕਾਰ ਦੂਰ ਹੁੰਦਾ ਹੈ ਕਿ ਮੈਂ ਕੀ ਹਾਂ ਇਹਨਾਂ ਗੁਰਮੁਖਾਂ ਦੇ ਅੱਗੇ। ਸਤਿਗੁਰੂ ਜੀ ਦੀ ਚਰਨ ਸਰਨ ਦੇ ਵਿੱਚ ਤਾਂ ਅਨੇਕਾਂ ਗੁਰਮੁਖ ਰੂਪ ਸਖੀਆਂ ਨੇ ਜੋ ਪ੍ਰਮਾਤਮਾ ਦੀ ਬੰਦਗੀ ਕਰਕੇ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਏ ਨੇ ਗੁਰਮੁਖ। ਇਸ ਕਰਕੇ ਸਤਿਗੁਰੂ ਜੀ ਦੇ ਅੱਗੇ ਤਰਲਾ ਲੈਂਦੇ ਰਹੀਏ ਕਿ ਸਤਿਗੁਰੂ ਜੀ ਉਹ ਆਪ ਜੀ ਦੀ ਸੰਗਤ ਮਹਾਨ ਹੈ, ਪਰ ਸੰਗਤ ਕਰਨੀ ਬੜੀ ਕਠਿਨ ਹੈ, ਬੜਾ ਔਖਾ ਕੰਮ ਹੈ। ਆਪਣੀ ਸੰਗਤ ਦੇ ਵਿੱਚ ਆਪ ਹੀ ਸਾਨੂੰ ਲਾਈ ਰੱਖੋ। ਅਸੀਂ ਸੰਸਾਰਕ ਲਾਭ ਦੇਖ ਲੈਂਦੇ ਹਾਂ, ਪਰ ਸੰਗਤ ਕਰਨ ਦਾ ਜਿਹੜਾ ਵੱਡਾ ਭਾਰੀ ਲਾਭ ਹੈ ਨਾ, ਉਹਦੇ ਬਾਰੇ ਕੋਈ ਵੀ ਗੁਰਮੁਖ ਪਿਆਰਾ ਹੀ ਜਾਣ ਸਕਦਾ ਹੈ। ਤਾਂ ਹੀ ਤਾਂ ਸਤਿਗੁਰੂ ਜੀ ਨੇ ਅਰਦਾਸ ਕਰਨ ਦੀ ਜਾਚ ਸਿਖਾਈ ਹੈ ਕਿ ਸਤਿਗੁਰੂ ਜੀ ਉਹ ਆਪਣੀ ਸੰਗਤ ਦੇ ਵਿੱਚ ਰੱਖੋ ਜੀ। ਜਿਵੇਂ ਸੋਰਠ ਰਾਗ ਦੇ ਅਖੀਰ ਦੇ ਵਿੱਚ ਵਾਰ ਤੋਂ ਪਹਿਲਾਂ ਸਤਿਗੁਰੂ ਜੀ ਨੇ ਜੋ ਬਚਨ ਉਚਾਰਨ ਕੀਤੇ ਨੇ ਕਿ ਸੰਗਤ ਕਰਨ ਦਾ ਗੁਣ, ਸੰਗਤ ਕਰਨ ਦਾ ਲਾਭ ਬਹੁਤ ਜ਼ਿਆਦਾ ਵੱਡਾ ਹੈ। ਕਲਯੁਗ ਦੇ ਵਿੱਚ ਇੱਕ ਪ੍ਰਮਾਤਮਾ ਵਾਹਿਗੁਰੂ ਜੀ ਦੀ ਕੀਰਤੀ ਜਸ ਕਰਨ ਦਾ ਬੜਾ ਵੱਡਾ ਭਾਰੀ ਲਾਭ ਹੈ। ਸਤਿਗੁਰੂ ਜੀ ਆਪ ਕਿਰਪਾ ਕਰਨ ਤਾਂ ਹੀ ਅਸੀਂ ਸੰਗਤ ਕਰ ਸਕਦੇ ਹਾਂ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣਹਾਰ ਹੈ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਬਿਰਹੀ ਦਿਵ ਜੌਨ ਦੁਖਾਤਰ ਕੋ, ਧਰ ਈਰਖ ਕੋ ਬਚ ਬੋਲਤ ਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ